मानयोग प्रधानमंत्री जी का आगमन हो गया है। मेरे नाल जोर नाल बोलो, भारत माता दी जय। उज्ज्वला योजना के दूजे चरण के शुभ आरंभ विच मानयोग प्रधानमंत्री जी असी तुहाडा दिल तो स्वागत करते हाँ अते इत्थे सब वालों तुहाडा बहुत बहुत धन्नवाद करते हाँ। मैं सब तो पहला मानयोग केंद्रीय पेट्रोलियम अते कुदरती गैस मंत्री मानयोग श्री हरदीप सिंह पुरी जी नूं संबोधन करांगी कि वो साडे सारियां वालों मानयोग प्रधानमंत्री जी ते बाकियां दा स्वागत करन। इस महत्वपूर्ण मौके ते मैं परम सत्कारयोग प्रधानमंत्री श्री नरेंद्र मोदी जी का हार्दिक स्वागत करता हाँ। उत्तर प्रदेश के मानयोग मुख मंत्री योगी आदित्यनाथ जी, उप मुख्यमंत्री श्री केशव प्रसाद मौर्य जी अते डॉक्टर दिनेश शर्मा जी, मेरे साथी रमेश्वर तेली जी अते महोबा के सांसद कुंवर पुष्पेंद्र सिंह चंदेल जी, सारिਆਂ ਦਾ हार्दिक स्वागत करता हाँ अते इस प्रोग्राम विच हाज़र अते वर्चुअली जुड़े हुए मेरे लखां भरावां अते भैणां दा तय दिलों स्वागत। विश्व सेहत संगठन भाव वर्ल्ड हैल्थ ऑर्गेनाइजेशन ने 2018 विच अंदाज़ा लगाया सी कि कौमांतरी पद्धर ते हर साल होण वालियां 38 लाख बेवकती मौतां सीधे तौर ते ठोस बालणा दे इस्तेमाल करके घरां विच होण वाले प्रदूषण कारण हुंदियां हन। मानयोग प्रधानमंत्री जी दी सरकार आउण तो पहलां भारत विच वड्डी पेंडू अते अर्ध शहरी आबादी खाना बनाउण लई लकड़ ते कोयले वर्गे बालणा ते इस्तेमाल करदी सी। इस नाल साडीआं महिलावां दी सेहत ते बहुत बुरा असर पैंदा सी। प्रधानमंत्री उज्ज्वला योजना महिलावां नूं उन्हां दा हक देण दे उद्देश नाल शुरू कीती गई सी। साफ ऊर्जा दा हक, सख्त मेहनत, धुआं ਅਤੇ ਖਰਾਬ ਸਿਹਤ ਤੋਂ ਮੁਕਤ ਜੀਵਨ ਦਾ ਹੱਕ। ਆਪਣੀ ਸ਼ੁਰੂਆਤ ਤੋਂ ਬਾਅਦ ਇਹ ਯੋਜਨਾ ਹੌਲੀ-ਹੌਲੀ ਅਤੇ ਲਗਾਤਾਰ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਰਹੀ ਹੈ। ਉਜਵਲਾ ਆਈ ਹੈ ਅਤੇ ਉਹਨਾਂ ਦੇ ਜੀਵਨ ਨੂੰ ਰੌਸ਼ਨ ਬਣਾਇਆ ਹੈ। ਉਜਵਲਾ ਮਹਿਲਾਵਾਂ ਦੇ ਜੀਵਨ ਵਿੱਚ ਇੱਕ ਤਬਦੀਲੀ ਦੀ ਲਹਿਰ ਲੈ ਕੇ ਆਈ ਹੈ, ਜਿਸ ਨਾਲ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਵਿਵਹਾਰਕ, ਆਰਥਿਕ ਅਤੇ ਸਮਾਜਿਕ ਸੁਧਾਰ ਹੋਇਆ ਹੈ। ਹੁਣ ਮਹਿਲਾਵਾਂ ਆਪਣਾ ਸਮਾਂ ਆਪਣੀ ਅਤੇ ਆਪਣੇ ਬੱਚਿਆਂ ਦੀ ਸਿੱਖਿਆ, ਸਿਹਤ ਵਿੱਚ ਸੁਧਾਰ ਲਿਆਉਣ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਕੁਸ਼ਲਤਾਪੂਰਵਕ ਵਿਵਸਥਿਤ ਕਰਨ ਵਿੱਚ ਲਗਾ ਸਕਦੀਆਂ ਹਨ ਤੇ ਲਗਾ ਰਹੀਆਂ ਹਨ। ਮੈਨੂੰ ਆਪ ਸਭ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 8 ਕਰੋੜ ਪਰਿਵਾਰਾਂ ਨੂੰ LPG ਕਨੈਕਸ਼ਨ ਮੁਹੱਈਆ ਕਰਾਉਣ ਦਾ ਟੀਚਾ ਅਸੀਂ ਮਿੱਥੇ ਸਮੇਂ ਤੋਂ 7 ਮਹੀਨੇ ਪਹਿਲਾਂ ਹੀ ਹਾਸਲ ਕਰ ਲਿਆ ਸੀ। ਸੰਨ 2014 ਵਿੱਚ ਦੇਸ਼ ਵਿੱਚ 14.51 ਕਰੋੜ ਸਰਗਰਮ ਘਰੇਲੂ LPG ਉਪਭੋਗਤਾ ਸਨ, ਜੋ ਵੱਧ ਕੇ ਅੱਜ 29 ਕਰੋੜ ਤੋਂ ਵੱਧ ਹੋ ਗਏ ਹਨ। ਯੋਗੀ ਜੀ ਦੇ ਸਹਿਯੋਗ ਨਾਲ ਉੱਤਰ ਪ੍ਰਦੇਸ਼ ਸੂਬੇ ਵਿੱਚ 2233 ਡਿਸਟ੍ਰੀਬਿਊਟਰਸ਼ਿਪ ਸ਼ੁਰੂ ਕੀਤੀਆਂ ਗਈਆਂ ਸਨ। ਉੱਤਰ ਪ੍ਰਦੇਸ਼ ਸੂਬੇ ਵਿੱਚ 1.5 ਕਰੋੜ ਉਜਵਲਾ LPG ਕਨੈਕਸ਼ਨ ਦਿੱਤੇ ਗਏ ਹਨ। ਸੂਬੇ ਵਿੱਚ ਸਾਲ 2016 ਤੱਕ ਸਿਰਫ 55% ਲੋਕਾਂ ਕੋਲ LPG ਕਨੈਕਸ਼ਨ ਸਨ ਤੇ ਅੱਜ ਲਗਭਗ ਸਾਰੇ ਲੋਕਾਂ ਕੋਲ LPG ਕਨੈਕਸ਼ਨ ਪਹੁੰਚ ਚੁੱਕੇ ਹਨ। ਉਜਵਲਾ 2.0 ਯੋਜਨਾ ਦੇ ਸ਼ੁਭ ਆਰੰਭ ਦੇ ਨਾਲ
ਇਸ ਯੋਜਨਾ ਵਿੱਚ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ ਜੋ ਪਹਿਲਾਂ ਪਤੇ ਦੇ ਸਬੂਤ ਨਾ ਹੋਣ ਕਾਰਨ ਇਸ ਯੋਜਨਾ ਤੋਂ ਵਾਂਝੇ ਰਹਿ ਗਏ ਸਨ। ਹੁਣ LPG ਕਨੈਕਸ਼ਨ ਪ੍ਰਾਪਤ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਛੋਟ ਦਿੱਤੀ ਗਈ ਹੈ। ਜਦੋਂ ਮੈਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਸਥਾਈ ਨੁਮਾਇੰਦਾ ਸੀ, ਉਦੋਂ ਤੋਂ ਮੇਰਾ ਮੰਨਣਾ ਹੈ ਕਿ ਸੰਸਾਰ ਵਿੱਚ ਸਸਟੇਨੇਬਲ ਡਿਵੈਲਪਮੈਂਟ ਗੋਲਸ SDGs ਦੇ ਟੀਚਿਆਂ ਨੂੰ ਤਦ ਹੀ ਹਾਸਲ ਕੀਤਾ ਜਾ ਸਕਦਾ ਹੈ ਜਦ ਭਾਰਤ ਆਪਣੇ ਟੀਚਿਆਂ ਨੂੰ ਪ੍ਰਾਪਤ ਕਰੇ। SDG ਦਾ ਐਲਾਨ 2016 ਵਿੱਚ ਹੋਇਆ, ਪਰ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਅਨੂਠੀਆਂ ਯੋਜਨਾਵਾਂ ਜੋ ਮਈ 2014 ਵਿੱਚ ਹੀ ਅੰਤੋਦਿਆ ਵੱਲ ਪ੍ਰਭਾਵਸ਼ਾਲੀ ਰਹੀਆਂ ਹਨ। ਉਜਵਲਾ ਯੋਜਨਾ ਵੀ 3 SDGs SDG 3, SDG 5 ਅਤੇ SDG 7 ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ। ਸਿਹਤ, ਮਹਿਲਾ ਸਸ਼ਕਤੀਕਰਨ ਅਤੇ ਸਾਫ਼ ਬਾਲਣ। ਉਜਵਲਾ ਯੋਜਨਾ 2.0 ਦੀ ਸ਼ੁਰੂਆਤ ਅੱਜ ਮਹੋਬਾ ਦੀ ਪਵਿੱਤਰ ਭੂਮੀ ਤੋਂ ਹੋ ਰਹੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਯੋਜਨਾ ਨਾਰੀ ਸਸ਼ਕਤੀਕਰਨ, ਈਜ਼ ਆਫ ਲਿਵਿੰਗ ਅਤੇ ਵਿਕਾਸ ਦੇ ਅਧਿਆਏ ਵਿੱਚ ਇੱਕ ਨਵਾਂ ਇਤਿਹਾਸ ਰਚੇਗੀ। ਮਹੋਬਾ ਦੀ ਇਹ ਵੀਰ ਭੂਮੀ ਇੱਥੋਂ ਦੇ ਸੂਰਿਆ ਮੰਦਰ ਦੇ ਲਈ ਵੀ ਪ੍ਰਸਿੱਧ ਹੈ। ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਸਾਡੀਆਂ ਮਹਿਲਾਵਾਂ ਦੇ ਜੀਵਨ ਵਿੱਚ ਨਵਾਂ ਸੂਰਜ ਉੱਗੇਗਾ ਅਤੇ ਨਵੀਂ ਰੌਸ਼ਨੀ ਆਵੇਗੀ। ਅੱਜ ਦੇ ਇਸ ਉਜਵਲਾ ਯੋਜਨਾ 2.0 ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਪਣੇ ਵਿੱਚ ਹਾਜ਼ਰ ਹਨ ਅਤੇ ਉਹਨਾਂ ਦੀ ਇਸ ਮਾਣਮੱਤੀ ਹਾਜ਼ਰੀ ਨਾਲ ਬਿਨਾਂ ਸ਼ੱਕ ਸਾਨੂੰ ਪ੍ਰੇਰਣਾ ਅਤੇ ਬਲ ਮਿਲੇਗਾ। ਮੈਨੂੰ ਉਮੀਦ ਹੀ ਨਹੀਂ, ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾਂ ਉਜਵਲਾ ਪਹਿਲੀ ਯੋਜਨਾ ਦੇ ਟੀਚੇ ਨੂੰ ਸਮੇਂ ਤੋਂ ਪਹਿਲਾਂ ਹਾਸਲ ਕੀਤਾ ਗਿਆ, ਉਸੇ ਤਰ੍ਹਾਂ ਉਜਵਲਾ 2.0 ਦੇ ਟੀਚੇ ਵੀ ਅਸੀਂ ਸਮੇਂ ਤੋਂ ਪਹਿਲਾਂ ਹੀ ਹਾਸਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਮਹੱਤਵਪੂਰਨ ਜਾਣਕਾਰੀ ਦੇਣ ਲਈ। ਮੈਂ ਉੱਤਰ ਪ੍ਰਦੇਸ਼ ਨੂੰ ਵੱਡੇ ਟੀਚੇ ਦੇ ਸੰਕਲਪਾਂ ਦੇ ਨਾਲ ਵਿਕਾਸ ਦੇ ਸਿਖਰ ਤੇ ਲੈ ਜਾ ਰਹੇ ਨੇ ਮਾਣਯੋਗ ਮੁੱਖ ਮੰਤਰੀ ਮਾਣਯੋਗ ਸ਼੍ਰੀ ਯੋਗੀ ਆਦਿੱਤਿਆਨਾਥ ਜੀ। ਮੈਂ ਬਹੁਤ ਹੀ ਆਦਰ ਦੇ ਨਾਲ ਮਾਣਯੋਗ ਮੁੱਖ ਮੰਤਰੀ ਜੀ ਨੂੰ ਨਿਵੇਦਨ ਕਰਾਂਗੀ ਕਿ ਆਪਣੇ ਸੰਬੋਧਨ ਨਾਲ ਸਾਨੂੰ ਨਿਹਾਲ ਕਰਵਾਉਣ। ਉਜਵਲਾ ਯੋਜਨਾ ਦੇ ਦੂਜੇ ਪੜਾਅ ਦੇ ਸ਼ੁਭ ਆਰੰਭ ਦੇ ਮੌਕੇ ਤੇ ਆਪਣਾ ਮਾਰਗਦਰਸ਼ਨ ਇੱਕ ਵਾਰ ਫਿਰ ਪੂਰੇ ਦੇਸ਼ ਅਤੇ ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੇ ਵਾਸੀਆਂ ਨੂੰ ਪ੍ਰਦਾਨ ਕਰਨ ਲਈ ਮੈਂ ਉੱਤਰ ਪ੍ਰਦੇਸ਼ ਦੇ ਨਾਗਰਿਕਾਂ ਵੱਲੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਸਵਾਗਤ ਕਰਦਾ ਹਾਂ, ਜੀ ਆਇਆਂ ਆਖਦਾ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਮਾਨਯੋਗ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿਭਾਗ ਦੇ ਰਾਜ ਮੰਤਰੀ ਮਾਨਯੋਗ ਸ਼੍ਰੀ ਰਮੇਸ਼ਵਰ ਤੇਲੀ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੇਰੇ ਸਹਿਯੋਗ ਸਾਹਿਬਾਨ ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਿਆ ਜੀ, ਡਾਕਟਰ ਦਿਨੇਸ਼ ਸ਼ਰਮਾ ਜੀ, ਅੱਜ ਦੇ ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਹਾਜ਼ਰ ਲੋਕ ਨਿਰਮਾਣ ਵਿਭਾਗ ਦੇ ਰਾਜ ਮੰਤਰੀ ਸ਼੍ਰੀ ਚੰਦਰਿਕਾ ਪ੍ਰਸਾਦ ਉਪਾਧਿਆਏ ਜੀ, ਇਸ ਇਲਾਕੇ ਦੇ ਮੋਢੀ ਨੇਤਾ ਡਾਕਟਰ JS ਧਰਮੇਸ਼ ਜੀ, ਮਾਣਯੋਗ ਸਾਂਸਦ ਕੁੰਵਰ ਪੁਸ਼ਪੇਂਦਰ ਸਿੰਘ ਚੰਦੇਲ ਜੀ, ਮਾਣਯੋਗ ਵਿਧਾਇਕ ਸ਼੍ਰੀ ਰਾਕੇਸ਼ ਗੋਸਵਾਮੀ ਜੀ, ਬ੍ਰਿਜ ਭੂਸ਼ਣ ਰਾਜਪੂਤ ਜੀ, ਸਕੱਤਰ ਪੈਟਰੋਲੀਅਮ ਅਤੇ ਕੁਦਰਤੀ ਗੈਸ IOCL
BPCL HPCL ਦੇ ਚੇਅਰਮੈਨ ਅਤੇ ਹੋਰ ਅਧਿਕਾਰੀ ਸਾਹਿਬਾਨ, ਮੈਂ ਇਸ ਵੀਰ ਭੂਮੀ ਮਹੋਬਾ ਤੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਸਵਾਗਤ ਕਰਦਾ ਹਾਂ, ਜੀ ਆਇਆਂ ਕਹਿੰਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਕਿ ਉਜਵਲਾ ਯੋਜਨਾ ਦੇ ਦੂਜੇ ਪੜਾਅ ਦੇ ਪ੍ਰੋਗਰਾਮ ਦੇ ਲਈ ਵੀ ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਧਰਤੀ ਨੂੰ ਚੁਣਿਆ ਹੈ। ਇਸ ਲਈ ਮੈਂ ਉੱਤਰ ਪ੍ਰਦੇਸ਼ ਦੀ 24 ਕਰੋੜ ਜਨਤਾ ਵੱਲੋਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਆਪਾਂ ਸਭ ਜਾਣਦੇ ਹਾਂ ਕਿ ਹੁਣ ਤੋਂ 6 ਸਾਲ ਪਹਿਲਾਂ ਪੂਰਬੀ ਉੱਤਰ ਪ੍ਰਦੇਸ਼ ਦੀ ਬਲੀਆ ਤੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਉਜਵਲਾ ਯੋਜਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਪੂਰੇ ਦੇਸ਼ ਦੇ ਅੰਦਰ 8 ਕਰੋੜ ਲੋਕਾਂ ਨੂੰ ਮੁਫਤ ਰਸੋਈ ਗੈਸ ਦੇ ਕਨੈਕਸ਼ਨ ਅਤੇ ਸਿਲੰਡਰ ਮੁਹੱਈਆ ਕਰਵਾਉਣ ਵਿੱਚ ਇਸ ਯੋਜਨਾ ਨੇ, ਜਿੱਥੇ ਗ੍ਰੀਨ ਊਰਜਾ ਦੇ ਖੇਤਰ ਵਿੱਚ ਹਰੇਕ ਨਾਗਰਿਕ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਉਣ ਦਾ ਕੰਮ ਕੀਤਾ, ਉੱਥੇ ਹੀ ਨਾ ਸਿਰਫ ਇਸ ਦੇ ਜ਼ਰੀਏ ਵਾਤਾਵਰਣ ਦੀ ਰੱਖਿਆ ਅਤੇ ਨਾਰੀ ਮਾਣ ਸਨਮਾਨ ਦੀ ਰਾਖੀ ਅਤੇ ਉਹਨਾਂ ਦੀ ਸਿਹਤ ਦੀ ਰਾਖੀ ਇਸ ਦੇ ਜ਼ਰੀਏ ਹੋਈ। ਇਕੱਲੇ ਉੱਤਰ ਪ੍ਰਦੇਸ਼ ਦੇ 1.5 ਕਰੋੜ ਪਰਿਵਾਰਾਂ ਨੂੰ ਪਹਿਲੇ ਪੜਾਅ ਵਿੱਚ ਇਸ ਯੋਜਨਾ ਦਾ ਲਾਭ ਪ੍ਰਾਪਤ ਹੋਇਆ ਅਤੇ ਕੋਰੋਨਾ ਕਾਲ ਵਿੱਚ ਤਾਂ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ 6 ਮਹੀਨੇ ਤੱਕ ਇਹਨਾਂ ਸਭ ਲਾਭਪਾਤਰੀਆਂ ਨੂੰ ਮੁਫਤ ਰਸੋਈ ਗੈਸ ਦੇ ਸਿਲੰਡਰ ਵੀ ਮੁਹੱਈਆ ਕਰਵਾਏ ਅਤੇ ਇਸ ਲਈ ਪੂਰੇ ਸੂਬੇ ਅੰਦਰ 1817 ਕਰੋੜ 28 ਲੱਖ ਰੁਪਏ ਕੋਰੋਨਾ ਕਾਲ ਦੌਰਾਨ ਰਸੋਈ ਗੈਸ ਦੇ ਸਿਲੰਡਰ ਮੁਹੱਈਆ ਕਰਵਾਉਣ ਵਿੱਚ ਵੀ ਉਹਨਾਂ ਸਭ ਲਾਭਪਾਤਰੀਆਂ ਨੂੰ ਦੇਣ ਦਾ ਕਾਰਜ ਕੀਤਾ ਗਿਆ। ਅੱਜ ਜਦੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਉਜਵਲਾ ਯੋਜਨਾ ਦੇ ਦੂਜੇ ਪੜਾਅ ਦਾ ਸ਼ੁਭ ਆਰੰਭ ਕਰ ਰਹੇ ਹਨ, ਇਹ ਸੱਚਮੁੱਚ ਨਾਰੀ ਮਾਣ ਸਨਮਾਨ ਅਤੇ ਉਹਨਾਂ ਦੀ ਸਿਹਤ ਸੁਰੱਖਿਆ ਦੇ ਨਾਲ ਆਪ ਜੀ ਵੱਲੋਂ ਦਿੱਤਾ ਗਿਆ ਇੱਕ ਤੋਹਫਾ ਹੈ ਅਤੇ ਇਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਤੰਬਰ 2019 ਤੋਂ 7 ਮਹੀਨੇ ਪਹਿਲਾਂ ਹੀ 8 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਿਆ ਸੀ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 1.5 ਕਰੋੜ ਪਰਿਵਾਰ ਇਸ ਯੋਜਨਾ ਤੋਂ ਲਾਭ ਲੈ ਚੁੱਕੇ ਸਨ। ਉਸ ਤੋਂ ਪਹਿਲਾਂ 2014 ਤੋਂ ਪਹਿਲਾਂ ਰਸੋਈ ਗੈਸ ਦੇ ਕਨੈਕਸ਼ਨ ਲਈ ਅਤੇ ਰਸੋਈ ਗੈਸ ਦਾ ਜਿਨ੍ਹਾਂ ਕੋਲ ਕਨੈਕਸ਼ਨ ਸੀ ਉਹਨਾਂ ਨੂੰ ਸਿਲੰਡਰ ਉਪਲਬਧ ਹੋਵੇ, ਇਸ ਦੇ ਬਾਰੇ ਵਿੱਚ ਇਹ ਇੱਕ ਸੁਪਨੇ ਵਰਗਾ ਲੱਗਦਾ ਸੀ। ਜਿਨ੍ਹਾਂ ਕੋਲ ਕਨੈਕਸ਼ਨ ਸੀ ਉਹਨਾਂ ਨੂੰ ਸਮੇਂ 'ਤੇ ਰਸੋਈ ਗੈਸ ਦੇ LPG ਸਿਲੰਡਰ ਉਪਲਬਧ ਨਹੀਂ ਸੀ ਹੋ ਪਾਉਂਦੇ ਅਤੇ ਜਿਨ੍ਹਾਂ ਲੋਕਾਂ ਕੋਲ ਕਨੈਕਸ਼ਨ ਨਹੀਂ ਸਨ ਉਹ ਤਾਂ ਇਸ ਗੱਲ ਲਈ ਤਰਸਦੇ ਸਨ ਕਿ ਸਾਨੂੰ ਵੀ ਰਸੋਈ ਗੈਸ ਸਿਲੰਡਰ ਦੇ ਕਨੈਕਸ਼ਨ ਮਿਲ ਜਾਂਦੇ ਤਾਂ ਅਸੀਂ ਵੀ ਜੋ ਪ੍ਰਦੂਸ਼ਣ ਲੱਕੜ ਤੋਂ, ਕੋਲੇ ਤੋਂ, ਕੈਰੋਸੀਨ ਤੋਂ ਹੁੰਦਾ ਹੈ ਉਸ ਤੋਂ ਬਚ ਸਕਾਂਗੇ ਅਤੇ ਆਪਣੀ ਚੰਗੀ ਸਿਹਤ ਦੀ ਕਾਮਨਾ ਕਰ ਸਕਾਂਗੇ। ਪਰ ਇਹ ਦੂਰਦ੍ਰਿਸ਼ਟੀ ਦੇ ਫਲਸਰੂਪ ਤੁਹਾਡੀ ਕਿਰਪਾ ਨਾਲ ਅੱਜ ਦੇਸ਼ ਦੇ ਅੰਦਰ ਸੱਚ ਹੋਇਆ। 50 ਕਰੋੜ ਲੋਕ ਇਸ ਯੋਜਨਾ ਨਾਲ ਸਫਲਤਾਪੂਰਵਕ ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਕਾਰਜ ਕਰ ਰਹੇ ਹਨ। ਨਾਰੀ ਸਸ਼ਕਤੀਕਰਨ ਦਾ ਇਹ ਅਨੂਠਾ ਕਾਰਜ, ਮੈਂ ਇਸ ਦੇ ਲਈ ਆਪ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਸਵਾਗਤ ਕਰਦਾ ਹਾਂ। ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉੱਤਰ ਪ੍ਰਦੇਸ਼ ਨੇ ਤੁਹਾਡੇ ਮਾਰਗਦਰਸ਼ਨ ਵਿੱਚ ਨਾਰੀ ਮਾਣ ਸਨਮਾਨ ਅਤੇ ਸੁਰੱਖਿਆ ਲਈ ਬੀਤੇ 4 ਵਰ੍ਹਿਆਂ ਦੌਰਾਨ ਅਨੇਕ ਕਦਮ ਚੁੱਕੇ ਹਨ। ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਵਿੱਚ ਉਜਵਲਾ ਯੋਜਨਾ ਦੀ ਸਫਲਤਾ ਦੇ ਨਾਲ ਹੀ 2 ਕਰੋੜ 61 ਲੱਖ ਪਰਿਵਾਰਾਂ ਨੂੰ ਇੱਕ
ਪਰਿਵਾਰ ਵਿੱਚ ਇੱਜ਼ਤ ਘਰ ਦੇ ਨਿਰਮਾਣ ਦੀ ਕਾਰਵਾਈ ਵੀ ਸਵੱਛ ਭਾਰਤ ਦੇ ਤਹਿਤ ਹੋਈ ਹੈ। ਸ਼ਾਦੀ ਵਿਆਹ ਯੋਜਨਾ ਦਾ ਤਹਿਤ 1,52,000 ਤੋਂ ਵੱਧ ਕੰਨਿਆਵਾਂ ਦੀ ਜੋ ਆਪਣੀ ਗਰੀਬੀ ਕਰਕੇ ਬੱਚੀਆਂ ਦੀ ਸ਼ਾਦੀ ਨਹੀਂ ਸੀ ਕਰ ਪਾਉਂਦੇ, ਇਸ ਯੋਜਨਾ ਦੇ ਜ਼ਰੀਏ ਸ਼ਾਸਨ ਅਤੇ ਜਨ ਸਹਿਯੋਗ ਨਾਲ ਉਹਨਾਂ ਸਭ ਪ੍ਰੋਗਰਾਮਾਂ ਨੂੰ ਸੰਪੂਰਨ ਕਰਨ ਦਾ ਕੰਮ ਵੀ ਕੀਤਾ ਗਿਆ। ਬੱਚੀ ਦੇ ਜਨਮ ਲੈਣ ਤੋਂ ਲੈ ਕੇ ਬੈਚਲਰ ਡਿਗਰੀ ਤੱਕ ਸੂਬੇ ਵਿੱਚ ਕੰਨਿਆ ਸੁਮੰਗਲਾ ਯੋਜਨਾ ਸ਼ੁਰੂ ਕੀਤੀ ਗਈ। ਹੁਣ ਤੱਕ 7,81,000 ਬੱਚੀਆਂ ਇਸ ਯੋਜਨਾ ਦਾ ਲਾਭ ਲੈ ਚੁੱਕੀਆਂ ਹਨ ਅਤੇ ਸੂਬੇ ਵਿੱਚ ਬੇਸਹਾਰਾ ਮਹਿਲਾ ਪੈਨਸ਼ਨ ਧਾਰਕਾਂ ਨੂੰ ਵੀ ਹਰ ਮਹੀਨੇ 500 ਰੁਪਏ ਦੀ ਪੈਨਸ਼ਨ 29 ਲੱਖ ਅਜਿਹੀਆਂ ਮਹਿਲਾਵਾਂ ਨੂੰ ਇਸ ਪੈਨਸ਼ਨ ਦਾ ਲਾਭ ਉਪਲਬਧ ਹੋ ਰਿਹਾ ਹੈ। ਸ਼੍ਰੀਮਾਨ ਜੀ, ਫਰਵਰੀ 2020 ਵਿੱਚ ਆਪ ਜੀ ਨੇ ਬੁੰਦੇਲਖੰਡ ਦੇ ਵਿਕਾਸ ਦੀ ਰੀੜ੍ਹ ਬਣਨ ਜਾ ਰਹੀ ਬੁੰਦੇਲਖੰਡ ਐਕਸਪ੍ਰੈਸ ਵੇ ਦਾ ਨੀਂਹ ਪੱਥਰ ਬੁੰਦੇਲਖੰਡ ਦੀ ਧਰਤੀ ਤੇ ਚਿੱਤਰਕੂਟ ਆ ਕੇ ਰੱਖਿਆ ਸੀ। ਬੁੰਦੇਲਖੰਡ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਛੂੰਹਦਾ ਹੋਇਆ ਇਹ ਐਕਸਪ੍ਰੈਸ ਵੇ ਤੇਜ਼ੀ ਦੇ ਨਾਲ ਕਾਰਜ ਕਰਦੇ ਹੋਏ ਹੁਣ ਤੱਕ ਲਗਭਗ 70% ਪੂਰਾ ਹੋ ਚੁੱਕਾ ਹੈ ਅਤੇ ਨਵੰਬਰ 2021 ਤੱਕ ਇਹ ਐਕਸਪ੍ਰੈਸ ਵੇ ਵੀ ਬਣ ਕੇ ਤਿਆਰ ਹੋ ਜਾਏਗਾ। ਆਪ ਜੀ ਨੇ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਡਿਫੈਂਸ ਕੋਰੀਡੋਰ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਮੈਨੂੰ ਦੱਸਦੇ ਹੋਏ ਖੁਸ਼ੀ ਹੈ ਕਿ ਡਿਫੈਂਸ ਕੋਰੀਡੋਰ ਵਿੱਚ 2 ਮਹੱਤਵਪੂਰਨ ਸਥਲ, ਇੱਕ ਚਿੱਤਰਕੂਟ ਅਤੇ ਇੱਕ ਝਾਂਸੀ ਹੈ। ਝਾਂਸੀ ਵਿੱਚ 3000 ਏਕੜ ਲੈਂਡ ਬੈਂਕ ਬਣਾ ਕੇ ਉੱਥੇ ਨਿਵੇਸ਼ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਚਿੱਤਰਕੂਟ ਵਿੱਚ ਵੀ ਸੂਬਾ ਸਰਕਾਰ ਨੇ ਲਗਭਗ 150 ਏਕੜ ਦਾ ਇੱਕ ਲੈਂਡ ਬੈਂਕ ਤਿਆਰ ਕੀਤਾ ਹੈ। ਬੁੰਦੇਲਖੰਡ ਐਕਸਪ੍ਰੈਸ ਵੇ ਦੇ ਨਾਲ ਇਸ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਾਨਪੁਰ, ਅਲੀਗੜ੍ਹ, ਲਖਨਊ ਅਤੇ ਆਗਰਾ ਵਿੱਚ ਵੀ ਇਸ ਪ੍ਰਕਿਰਿਆ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਆਪ ਨੇ ਵਰ੍ਹਿਆਂ ਤੋਂ ਪਾਣੀ ਨੂੰ ਤਰਸਦੇ ਇਸ ਬੁੰਦੇਲਖੰਡ ਨੂੰ ਜਲ ਜੀਵਨ ਮਿਸ਼ਨ ਵਿੱਚ ਹਰ ਘਰ ਨਲ ਦੀ ਯੋਜਨਾ ਦੇ ਕੇ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਮੰਗਲ ਹੀ ਮੰਗਲ ਕਰਨ ਦਾ ਕੰਮ ਕੀਤਾ ਹੈ। ਅੱਜ ਜਦੋਂ ਅਸੀਂ ਜੈਵਿਕ ਬਾਲਣ ਵਿਸ਼ਵ ਦਿਵਸ ਦੇ ਮੌਕੇ 'ਤੇ ਉਜਵਲਾ ਯੋਜਨਾ ਦੇ ਦੂਜੇ ਪੜਾਅ ਨੂੰ ਅੱਗੇ ਵਧਾਉਣ ਦਾ ਕੰਮ ਤੁਹਾਡੇ ਘਰ ਕਮਲਾ ਨਾਲ ਹੋਣ ਜਾ ਰਿਹਾ ਹੈ, ਇਸ ਮੌਕੇ 'ਤੇ ਬੁੰਦੇਲਖੰਡ ਦੀ ਜੋ ਸਭ ਤੋਂ ਵੱਡੀ ਮੁਸ਼ਕਿਲ ਸੀ ਉਹ ਪਾਣੀ ਦੀ ਸੀ, ਪੀਣ ਵਾਲੇ ਪਾਣੀ ਦੀ ਵੀ ਅਤੇ ਸਿੰਚਾਈ ਵਾਲੇ ਦੀ ਵੀ। ਆਪ ਜੀ ਦੇ ਕਾਰਜਕਾਲ ਵਿੱਚ ਬੀਤੇ 7 ਵਰ੍ਹਿਆਂ ਦੌਰਾਨ ਸਿੰਚਾਈ ਦੀਆਂ ਯੋਜਨਾਵਾਂ ਆਪਣੇ ਆਖਰੀ ਪੜਾਅ ਵਿੱਚ ਚੱਲ ਰਹੀਆਂ ਹਨ ਅਤੇ ਲਗਭਗ 1 ਦਰਜਨ ਸਿੰਚਾਈ ਦੀਆਂ ਯੋਜਨਾਵਾਂ ਇਸ ਇਲਾਕੇ ਵਿੱਚ ਪੂਰੀਆਂ ਹੋ ਚੁੱਕੀਆਂ ਹਨ। ਇਹ ਨਾ ਸਿਰਫ ਬੁੰਦੇਲਖੰਡ ਨੂੰ ਸਿੰਚਾਈ ਅਤੇ ਪਾਣੀ ਦੀ ਸੁਵਿਧਾ ਉਪਲਬਧ ਕਰਾਉਣਗੀਆਂ, ਸਗੋਂ ਇਹਨਾਂ ਦੇ ਜ਼ਰੀਏ ਜੋ ਤਲਾਬ ਇੱਥੇ ਬਣਾਏ ਗਏ ਨੇ ਉਹਨਾਂ ਤਲਾਬਾਂ ਵਿੱਚ ਟਰੀਟਮੈਂਟ ਕਰਨ ਉਪਰੰਤ ਸ਼ੁੱਧ ਪੀਣ ਵਾਲੇ ਪਾਣੀ ਦੀ ਜਲ ਸਪਲਾਈ ਜਲ ਜੀਵਨ ਮਿਸ਼ਨ ਤਹਿਤ ਬੁੰਦੇਲਖੰਡ ਦੇ ਲੋਕਾਂ ਨੂੰ ਕੀਤੀ ਜਾ ਰਹੀ ਹੈ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 40% ਤੱਕ ਜਲ ਜੀਵਨ ਮਿਸ਼ਨ ਦਾ ਕੰਮ ਇੱਥੇ ਹੁਣ ਤੱਕ ਮੁਕੰਮਲ ਹੋ ਚੁੱਕਿਆ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਦਸੰਬਰ 2021 ਤੱਕ ਬੁੰਦੇਲਖੰਡ ਵਿੱਚ ਹਰ ਘਰ ਨਾਲ ਯੋਜਨਾ ਨੂੰ ਅਸੀਂ ਮੁਕੰਮਲ ਕਰ ਸਕਾਂਗੇ। ਇਸ ਦੇ ਨਾਲ ਹੀ ਤੁਸੀਂ ਉਡਾਨ ਯੋਜਨਾ ਅਧੀਨ ਦੇਸ਼ ਨੂੰ ਅਤੇ ਉੱਤਰ ਪ੍ਰਦੇਸ਼ ਨੂੰ ਬਹੁਤ ਕੁਝ ਦਿੱਤਾ। ਬੁੰਦੇਲਖੰਡ ਵਿੱਚ ਵੀ ਚਿੱਤਰਕੂਟ ਵਿੱਚ ਏਅਰਪੋਰਟ ਅਤੇ ਲਲਿਤਪੁਰ ਵਿੱਚ ਵੀ ਏਅਰਪੋਰਟ ਦੀ ਉਸਾਰੀ ਜੰਗੀ ਪੱਧਰ ਤੇ ਚੱਲ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਬਹੁਤ ਜਲਦ ਇਹਨਾਂ ਪ੍ਰੋਗਰਾਮਾਂ ਨੂੰ ਅਸੀਂ ਅੱਗੇ ਵਧਾਉਣ ਦਾ ਕੰਮ ਕਰਾਂਗੇ। ਇੱਕ ਗੱਲ ਜੋ ਬਹੁਤ ਮਹੱਤਵਪੂਰਨ ਹੈ ਉਹ ਮੈਂ ਕਹਿਣਾ ਚਾਹੁੰਦਾ ਹਾਂ ਕਿ LPG ਦਾ ਉੱਤਰ ਪ੍ਰਦੇਸ਼ ਦਾ ਜੋ ਕਵਰੇਜ ਸੀ 2014 ਤੱਕ ਉਹ ਸਿਰਫ 1,47 ਲੱਖ ਲੋਕਾਂ ਕੋਲ LPG ਦੇ ਕਨੈਕਸ਼ਨ ਸਨ ਅਤੇ ਅੱਜ ਤੁਹਾਡੀ ਕਿਰਪਾ ਨਾਲ ਉੱਤਰ ਪ੍ਰਦੇਸ਼ ਵਿੱਚ 3,25 ਲੱਖ ਲੋਕਾਂ ਕੋਲ
ਰਸੋਈ ਗੈਸ ਦੇ ਆਪਣੇ ਕਨੈਕਸ਼ਨ ਹਨ। ਇਹ ਉਜਵਲਾ ਯੋਜਨਾ ਦੇ ਰਾਹੀਂ ਹੀ ਸੰਭਵ ਹੋ ਸਕਿਆ ਹੈ। ਇਸ ਨੇ ਮਿੱਟੀ ਦੇ ਤੇਲ ਦੀ ਖਪਤ ਨੂੰ ਕਾਫੀ ਘਟਾਇਆ ਹੈ ਅਤੇ ਮਿੱਟੀ ਦੇ ਤੇਲ ਦੀ ਖਪਤ ਘਟਣ ਨਾਲ ਬੀਤੇ ਵਰੇ ਉੱਤਰ ਪ੍ਰਦੇਸ਼ ਨੂੰ 15 ਕਰੋੜ ਰੁਪਏ ਦੀ ਬਚਤ ਹੋਈ ਅਤੇ ਇਸ ਵਰੇ 22 ਕਰੋੜ ਰੁਪਏ ਦੀ ਬਚਤ ਹੋਣ ਦੀ ਸੰਭਾਵਨਾ ਹੈ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਦੁਆਰਾ ਉਜਵਲਾ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਬੁੰਦੇਲਖੰਡ ਦੀ ਧਰਤੀ ਅਤੇ ਮਹੋਬਾ ਦੀ ਵੀਰ ਭੂਮੀ ਤੋਂ ਤੁਹਾਡੇ ਕਰ ਕਮਲਾਂ ਨਾਲ ਹੋਣ ਜਾ ਰਹੀ ਹੈ। ਮੈਂ ਬੁੰਦੇਲਖੰਡ ਵਾਸੀਆਂ ਵੱਲੋਂ ਉੱਤਰ ਪ੍ਰਦੇਸ਼ ਵਾਸੀਆਂ ਵੱਲੋਂ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦੇ ਹੋਏ ਦਿਲੋਂ ਸਵਾਗਤ ਅਤੇ ਜੀ ਆਇਆਂ ਕਹਿੰਦਾ ਹਾਂ। ਧੰਨਵਾਦ। ਜੈ ਹਿੰਦ। ਬਹੁਤ ਬਹੁਤ ਧੰਨਵਾਦ। ਆਪਣੇ ਸੰਬੋਧਨ ਦੇ ਮਾਧਿਅਮ ਤੁਸੀਂ ਬਦਲਦੇ ਹੋਏ ਉੱਤਰ ਪ੍ਰਦੇਸ਼ ਦੀ ਤਸਵੀਰ ਨੂੰ ਸਭ ਦੇ ਸਾਹਮਣੇ ਰੱਖਿਆ। ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਉਜਵਲਾ ਯੋਜਨਾ ਦੇ ਪਹਿਲੇ ਚੜ੍ਹਨ ਦਾ ਸਫ਼ਰ ਕਿੱਦਾਂ ਦਾ ਰਿਹਾ ਤੇ ਆਉਣ ਵਾਲੇ ਚਰਨ ਦੀ ਯਾਤਰਾ ਕਿੱਦਾਂ ਦੀ ਹੋਵੇਗੀ, ਇਸ ਤੇ ਆਧਾਰਿਤ ਇੱਕ ਛੋਟੀ ਜਿਹੀ ਫਿਲਮ ਬਣਾਈ ਗਈ ਹੈ। ਆਓ ਵੇਖਦੇ ਹਾਂ। उम्मीद के कदम जब बढ़ते हैं तब स्याह अंधेरे में भी दिखती है रोशनी की किरण जो फैला देती है उजियारा। 1 मई 2016 जब प्रधानमंत्री नरेंद्र मोदी ने की थी ऐसी ही एक सुबह की शुरुआत प्रधानमंत्री उज्ज्वला योजना के द्वारा। इस योजना के तहत 5 करोड़ महिलाओं तक मुफ्त गैस सिलेंडर पहुंचाने का रखा गया था लक्ष्य। उस पीड़ा को जी करके आया हूं और इसलिए मुझे मेरी इन गरीब माताओं को इस कष्टदायक जिंदगी से मुक्ति दिलानी है। उज्ज्वला से न सिर्फ स्वास्थ्य बल्कि ईंधन के पैसों में भी होती है बचत। बचता है परिवार तथा अन्य कार्यों के लिए समय, जिससे आर्थिक गतिविधियां करके भी महिलाएं हो रही हैं सशक्त। विश्व स्वास्थ्य संगठन समेत कई संस्थानों ने भी इस योजना की प्रशंसा की, क्योंकि इससे पर्यावरण और महिलाओं दोनों की सेहत सुधरी। धीरे धीरे करोड़ों महिलाओं की रसोई से धुएं के काले बादल छटने लगे और उज्ज्वला बनी उनके सशक्तिकरण का बड़ा माध्यम। अब खाना बनाने में कोई दिक्कत नहीं है। मेरे धुआं से भी बच जाते हैं और सिलाई भी नहीं, कढ़ाई भी कर सकती हूँ और परिवार के भी सुरक्षित रखती हूँ। कम समय में ही 5 करोड़ का लक्ष्य किया गया हासिल, लेकिन अभी तो बहुत आगे जाना था। इसलिए इस योजना का हुआ विस्तार। अब लक्ष्य बढ़कर हो गया पूरे 8 करोड़ और इस बार इसमें शामिल किए गए गरीबी रेखा से नीचे आने वाले तय समय से पहले ही इस लक्ष्य को भी किया गया पूरा। उज्ज्वला का सफर लेकिन थमा नहीं है। जंगल, पहाड़, नदियां पार कर उज्ज्वला फिर से तैयार है प्रधानमंत्री उज्ज्वला योजना 2.0 के तौर पर। इस बार विभिन्न वर्गों में 1 करोड़ नए कनेक्शन दिए जाएंगे उन गरीब परिवारों को जिन्हें पहले चरण के तहत नहीं किया जा सका था कवर। इस बार प्रवासी और गैर प्रवासी परिवारों के लिए है विशेष प्रावधान भी। अब निवास प्रमाण पत्र और राशन कार्ड की बजाय स्व घोषणा का उपयोग कर वे उठा सकते हैं नए कनेक्शन का लाभ। योजना के तहत उपभोक्ता को सिलेंडर, प्रेशर रेगुलेटर, एलपीजी होज, एलपीजी बुकलेट, एलपीजी स्टोव और पहली रीफिल मुफ्त प्रदान की जाएगी। साथ ही उज्ज्वला पोर्टल www.pmuy.gov.in के माध्यम से ऑनलाइन आवेदन करने का भी है विकल्प। आज उज्ज्वला घर के लिए सिर्फ एक गैस सिलेंडर नहीं है, ये है विजय का प्रतीक उन माताओं और बहनों के लिए जिन्होंने सदियां गुजार दी धुएं के काले बादलों के बीच। उज्ज्वला ने दिलाया है उन्हें उनके हक का सम्मान। लवकर शेतात जातो आम्ही। गॅस दिल्याबद्दल आम्ही त्यांचे खूप आभारी आहोत। प्रधानमंत्री उज्ज्वला योजना, स्वच्छ ईंधन, बेहतर जीवन। ये तो आपने जाना कि कैसे उज्ज्वला के प्रथम चरण की यात्रा हुई और आने वाली समय में उज्ज्वला का द्वितीय चरण कैसे लोगों को लाभान्वित करेगा।
ये सुखद संयोग है कि आज वर्ल्ड फ्यूल डे है और इसी पर आधारित एक छोटी सी फिल्म आइए देखते हैं। प्रकृति से रहा है सदा जुड़ा भारत देश हमारा। नदियों, वृक्षों, पर्वतों की पूजा से लेकर दिया मां का दर्जा भूमि को, लिया संकल्प सुरक्षित पर्यावरण का। इसी उद्देश्य से प्रधानमंत्री जी ने दिया एक नया मिशन, रिड्यूस, रीयूज एंड रिसाइकल। बायोफ्यूल सिर्फ विज्ञान नहीं है, बल्कि वो मंत्र है जो 21वीं सदी के भारत को, और न सिर्फ भारत को, पूरे विश्व की मानव जात को नई ऊर्जा देने वाला है। बायोफ्यूल यानी फसलों से निकला ईंधन, फसल के अवशेष से निकला ईंधन, कूड़े कचरे से निकला ईंधन। ये भारत के गांव से लेकर शहर तक के जीवन को बदलने वाला है, बेहतर बनाने वाला है। प्रधानमंत्री जी के दूरदर्शी नेतृत्व में भारत सरकार ने बायोफ्यूल के विषय को प्राथमिकताओं से जोड़ा और तेल और प्राकृतिक गैस कंपनियों के जरिए वेस्ट टू वेल्थ के विजन के साथ लागू की सतत योजना, जिसमें कचरे जैसे गोबर, कृषि अवशेष इत्यादि से बनेगी कंप्रेस्ड बायोगैस यानी सीबीजी। सतत योजना के अंतर्गत वर्ष 2023-24 तक 5000 सीबीजी प्लांट लगाने का लक्ष्य है। बायोफ्यूल के उपयोग को बढ़ावा देने के लिए पेट्रोल में एथेनॉल के मिश्रण पर खासा जोर दिया गया है। एथेनॉल ब्लेंडेड पेट्रोल प्रोग्राम के अंतर्गत देश में बिक रहे कुल पेट्रोल में एथेनॉल की मिश्रित मात्रा 2013-14 में 1.53% से बढ़कर वर्तमान में 8% हो गई है। इस प्रोग्राम के तहत तेल कंपनियों ने पिछले 7 वर्षों में लगभग 42,000 करोड़ रुपए का भुगतान चीनी मिलों को किया, जिसका एक बड़ा हिस्सा गन्ना किसानों को उनकी फसल की कीमत के रूप में प्राप्त हुआ। इसी प्रोग्राम के चलते 7,500 करोड़ रुपए के अनुमानित निवेश के साथ बनाई गई है 185 करोड़ लीटर वार्षिक उत्पादन के लिए अनाज आधारित मेगा एथेनॉल रिफाइनरियों की योजना। तेल क्षेत्र की कंपनियां सालाना 18 करोड़ लीटर 2G एथेनॉल उत्पादित करने के लक्ष्य से 5 कृषि फसल अवशेष आधारित 2G एथेनॉल बायो रिफाइनरियों की स्थापना के लिए करेंगी 8,000 करोड़ रुपए का निवेश। यूज्ड कुकिंग ऑयल से बायोडीजल बनाने को बढ़ावा देने के लिए भारत सरकार की तेल कंपनियों ने एक्सप्रेशन ऑफ इंटरेस्ट जारी किया है। बायोफ्यूल के उपयोग से मिलेगा छुटकारा कृषि अवशेष से तथा बढ़ेगी किसानों की आय। रोजगार और स्वास्थ्य के साथ स्वच्छ वातावरण के लिए बायोफ्यूल द्वारा है ये प्रयास। अभी आपने ये फिल्म देखी और अब मैं माननीय प्रधानमंत्री महोदय से बहुत ही आदर के साथ अनुरोध करूंगी कि बटन दबाकर प्रधानमंत्री उज्ज्वला योजना के द्वितीय चरण का शुभारंभ करें। बहुत बहुत धन्यवाद माननीय प्रधानमंत्री जी। यहाँ पर आज 1000 महिलाएं उपस्थित हैं जिन्हें शुभारंभ के इस समारोह में लाभ दिया जा रहा है उज्ज्वला योजना का, लेकिन प्रतीक स्वरूप 10 महिला लाभार्थी मंच पर आएंगी और उन्हें प्रतीकात्मक रूप से माननीय मुख्यमंत्री द्वारा ये लाभ दिया जाएगा। ये हैं ममता, मंजू, देवकली, मोनू, सीमा कुमारी, जैतून, आशा, हीरामणि, सुमन और रजिया बेगम। जरूरतमंद महिलाएं जिनके सम्मान, सुरक्षा और स्वास्थ्य की चिंता की माननीय प्रधानमंत्री महोदय ने आज निःशुल्क गैस कनेक्शन उज्ज्वला योजना के द्वितीय चरण के शुभारंभ के अवसर पर पाकर निश्चित रूप से इनका जीवन
और बेहतर होगा, सरल सुगम होगा। सभी महिलाएं आह्लाद और उमंग से भरी हुई हैं। माननीय मुख्यमंत्री महोदय के द्वारा इन्हें प्रतीकात्मक रूप से ये लाभ दिया जा रहा है। माननीय प्रधानमंत्री महोदय की ਮੌਜੂਦਗੀ ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਸ਼ਖਸੀਅਤ ਇਦਾਂ ਦੀ ਹੈ ਕਿ ਭਾਵੇਂ ਤੁਸੀਂ ਇਸ ਵੇਲੇ ਨਿੱਜੀ ਤੌਰ ਤੇ ਉਪਸਥਿਤ ਹੋ, ਪਰ ਉਹਨਾਂ ਦੀ ਊਰਜਾ ਤੇ ਉਹਨਾਂ ਦੀ ਮੌਜੂਦਗੀ ਇਸ ਵੇਲੇ ਕਣ-ਕਣ ਵਿੱਚ ਮਹਿਸੂਸ ਹੋ ਰਹੀ ਹੈ। मैं चाहांगी कि जोरदार ताड़ियां उन्हां सारियां औरतां लई जिन्हां नूं इह लाभ मिलिया है जां आउण वाले दिनां विच मिलेगा। बहुत बहुत धन्नवाद मानयोग मुख मंत्री जी। उज्जवला योजना के पहले चरण विच 8 करोड़ औरतां नूं देश का यह लाभ मिलिया। सारे अपने अनुभव मानयोग प्रधानमंत्री जी नाल साझा करना चाहुंदियां ने, पर यह संभव नहीं है। इसलिए कुछ औरतां दी गलबात असी मानयोग प्रधानमंत्री जी नाल करावांगे। सब तो पहला तुहानूं लै चलदे हां उत्तराखंड देहरादून तो साडे नाल जुड़ रहे ने बूंदी देवी। नमस्ते। नमस्कार सर। बूंदी जी दसो, ਜਦੋਂ ਘਰ ਵਿੱਚ ਗੈਸ ਨਹੀਂ ਸੀ ਤਾਂ ਜੀਵਨ ਕਿਵੇਂ ਸੀ ਤੇ ਹੁਣ ਉਜਵਲਾ ਕਰਕੇ ਕੀ ਲਾਭ ਹੋਇਆ? ਲਾਭ ਹੋਇਆ ਮਾਨਯੋਗ ਪ੍ਰਧਾਨ ਮੰਤਰੀ ਜੀ, ਜਦੋਂ ਮੇਰੇ ਘਰ ਵਿੱਚ ਗੈਸ ਨਹੀਂ ਸੀ ਤਾਂ ਮੈਂ ਜੰਗਲ ਤੋਂ ਲੱਕੜੀਆਂ ਲੈ ਕੇ ਆਉਂਦੀ ਸੀ ਤੇ ਚੁੱਲ੍ਹਾ ਜਲਾ ਕੇ ਰੋਟੀ ਬਣਾਉਂਦੀ ਸੀ। ਉਸ ਸਮੇਂ ਇੰਨਾ ਬੁਰਾ ਵਕਤ ਸੀ ਕਿ ਅੱਖਾਂ ਤੋਂ ਹੰਝੂ ਆਉਂਦੇ ਸੀ। ਲੱਕੜਾਂ ਗਿੱਲੀਆਂ ਹੁੰਦੀਆਂ ਸੀ, ਰੋਟੀ ਸਮੇਂ ਸਿਰ ਨਹੀਂ ਬਣਦੀ ਸੀ। ਤੇ ਜਦੋਂ ਤੋਂ ਤੁਸੀਂ ਸਾਨੂੰ ਗੈਸ ਦਿੱਤੀ ਹੈ ਉਦੋਂ ਤੋਂ ਸਮਾਂ ਵੀ ਬਚਤ ਹੋ ਜਾਂਦੀ ਹੈ ਤੇ ਨਾਲ ਹੀ ਸਾਨੂੰ ਰੋਟੀ ਵੀ ਜਲਦੀ ਬਣਾ ਲੈਂਦੀ ਹਾਂ। ਤੇ ਜੋ ਸਮਾਂ ਬਚਦਾ ਹੈ ਇਸ ਵਿੱਚ ਮੈਂ ਇੱਕ ਗਾਂ ਰੱਖੀ ਹੈ, ਉਸ ਨਾਲ ਮੈਂ ਆਪਣੇ ਜੀਵਨ ਦਾ ਗੁਜ਼ਾਰਾ ਕਰਦੀ ਹਾਂ। ਮੈਂ ਥੋੜ੍ਹੇ ਸਮੇਂ ਵਿੱਚ ਆਪਣੇ ਪਾਪਾ ਨੂੰ ਵੀ ਦੇਖ ਆਉਂਦੀ ਹਾਂ ਤੇ ਨਾਲੇ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੈਨੂੰ ਉਜਵਲਾ ਦੇ ਅੰਤਰਗਤ ਗੈਸ ਦਿੱਤੀ ਹੈ ਤੇ ਨਾਲ ਦੇ ਨਾਲ LPG ਇੰਡੀਅਨ ਆਇਲ ਦਾ ਵੀ ਮੈਂ ਧੰਨਵਾਦ ਕਰਦੀ ਹਾਂ। ਬੂੰਦੀ ਜੀ, ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ ਤੁਸੀਂ 22 ਰੀਫਿਲ ਕਰਵਾਏ ਹਨ, ਭਾਵ ਤੁਸੀਂ ਇਸ ਯੋਜਨਾ ਦਾ ਪੂਰਾ ਲਾਭ ਲੈ ਰਹੇ ਹੋ ਜੀ। ਕੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਆਸ ਪੜੋਸ ਦੇ ਲੋਕਾਂ ਨੂੰ, ਸਾਥੀਆਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਦੀ ਯੋਜਨਾ ਹੈ ਤੇ ਇਸ ਦਾ ਲਾਭ ਇਸ ਤਰ੍ਹਾਂ ਮਿਲ ਸਕਦਾ ਹੈ? ਜੀ, ਮੈਂ ਸਾਰਿਆਂ ਨੂੰ ਦੱਸਿਆ ਹੈ। ਜਿੰਨੀਆਂ ਮੇਰੀਆਂ ਭੈਣਾਂ ਹਨ ਤੇ ਮੇਰੇ ਪਿੰਡ ਦੀਆਂ ਔਰਤਾਂ ਹਨ, ਉਹਨਾਂ ਨੂੰ ਮੈਂ ਸਾਰਿਆਂ ਨੂੰ ਦੱਸਿਆ ਹੈ ਕਿ ਆਓ ਮੇਰੇ ਨਾਲ ਮੇਰੇ ਘਰ ਵਿੱਚ ਦੇਖੋ, ਸਾਡੇ ਘਰ ਵਿੱਚ ਮਾਨਯੋਗ ਮੋਦੀ ਜੀ ਨੇ ਫ੍ਰੀ ਵਿੱਚ ਗੈਸ ਦਿੱਤੀ ਹੈ ਤੇ ਤੁਸੀਂ ਵੀ ਜਾਓ ਤੇ ਇਸ ਦਾ ਲਾਭ ਲਵੋ। ਤੇ ਜਿੰਨੀਆਂ ਵੀ ਔਰਤਾਂ ਸੀ ਤੇ ਮੇਰੀਆਂ ਭੈਣਾਂ ਸੀ, ਉਹ ਲੋਕ ਇੰਡੀਅਨ ਆਇਲ ਗਏ ਤੇ ਉੱਥੇ ਉਹਨਾਂ ਨੇ ਗੈਸ ਚੁੱਲ੍ਹਾ ਲਿਆ ਤੇ ਗੈਸ ਲੈਣ ਨਾਲ ਕੋਈ ਦਿੱਕਤ ਨਹੀਂ ਆਈ ਤੇ ਆਸਾਨੀ ਨਾਲ ਸਾਨੂੰ ਗੈਸ ਮਿਲ ਗਈ ਹੈ। ਬੂੰਦੀ ਜੀ, ਤੁਸੀਂ ਪਿਤਾ ਜੀ ਦੀ ਵੀ ਇੰਨੀ ਸੇਵਾ ਕਰਦੇ ਹੋ, ਇੰਨੇ ਸਮਰਪਣ ਭਾਵ ਨਾਲ ਸੇਵਾ ਕਰਦੇ ਹੋ। ਪਿਤਾ ਜੀ ਦੀ ਉਮਰ ਕਿੰਨੀ ਹੈ? ਪਹਿਲਾਂ ਕੀ ਕਰਦੇ ਸੀ ਉਹ? ਮੇਰੇ ਪਿਤਾ ਜੀ ਮਿਸਤਰੀ ਦਾ ਕੰਮ ਕਰਦੇ ਸੀ ਤੇ ਮੇਰੇ ਪਿਤਾ ਜੀ ਹੁਣ 80 ਸਾਲ ਦੇ ਹਨ। ਉਹ ਚੱਲ ਨਹੀਂ ਸਕਦੇ, ਉਹਨਾਂ ਦੀ ਕਮਰ ਵਿੱਚ ਦਰਦ ਹੈ ਤੇ ਉਹ ਹਮੇਸ਼ਾ ਬਿਮਾਰ ਰਹਿੰਦੇ ਨੇ। ਤਾਂ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ। ਬੂੰਦੀ ਜੀ, ਤੁਸੀਂ ਇੱਕ ਅਜਿਹਾ ਉਦਾਹਰਣ ਪੇਸ਼ ਕੀਤਾ ਹੈ। ਸਾਡੇ ਲੋਕਾਂ ਦਾ ਮੰਨਣਾ ਹੈ ਕਿ ਪੁੱਤਰ ਹੋਣਾ ਚਾਹੀਦਾ ਤਾਂ ਕਿ ਬੁਢਾਪੇ ਵਿੱਚ ਕੰਮ ਆਵੇ, ਪਰ ਤੁਸੀਂ ਇੱਕ ਬੇਟੀ ਦੇ ਤੌਰ 'ਤੇ ਪਿਤਾ ਜੀ ਦੀ ਇੰਨੀ ਵੱਡੀ ਸੇਵਾ ਕੀਤੀ ਅਤੇ ਅੱਜ ਵੀ ਇੰਨੀ ਸੇਵਾ ਕਰ ਰਹੇ ਹੋ। ਤੁਸੀਂ ਇਹ ਲੋਕਾਂ ਦੀ ਸੋਚ ਹੈ ਉਸ ਨੂੰ ਝੁਠਲਾ ਦਿੱਤਾ ਅਤੇ ਬੇਟੀ ਵੀ ਬੁਢਾਪੇ ਵਿੱਚ ਮਾਂ-ਬਾਪ ਦੀ ਇੰਨੀ ਸੇਵਾ ਕਰ ਸਕਦੀ ਹੈ। ਇਸ ਦਾ ਚੰਗਾ ਉਦਾਹਰਣ ਤੁਸੀਂ ਮਿਹਨਤ ਕਰਕੇ, ਜੀਵਨ ਜਿਉਂ ਕੇ ਆਪਣੇ ਮਾਤਾ-ਪਿਤਾ ਦੀ ਸੇਵਾ ਕੀਤੀ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ ਇਸ ਕੰਮ ਦੇ ਲਈ। ਬੂੰਦੀ ਜੀ, ਮੈਂ ਤੁਹਾਡਾ ਅਤੇ ਤੁਹਾਡੇ ਵਰਗੀਆਂ ਕਰੋੜਾਂ ਭੈਣਾਂ ਦਾ ਅਹਿਸਾਨਮੰਦ ਹਾਂ ਜਿਨ੍ਹਾਂ ਨੇ ਇਸ ਯੋਜਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ। ਅੱਜ ਤੁਹਾਡਾ ਸਮਾਂ ਵੀ ਬਚਦਾ ਹੈ
ਅਤੇ ਸ਼ਕਤੀ ਵੀ ਬਚਦੀ ਹੈ। ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ, ਜਿਵੇਂ ਮੈਂ ਕਿਹਾ, ਆਪਣੇ ਪਿਤਾ ਜੀ ਦੀ ਇੰਨੀ ਸੇਵਾ ਵੀ ਕਰਦੇ ਹੋ ਅਤੇ ਪਸ਼ੂਆਂ ਨੂੰ ਵੀ ਸੰਭਾਲਦੇ ਹੋ, ਪਰਿਵਾਰ ਵੀ ਚਲਾਉਂਦੇ ਹੋ। ਤੁਸੀਂ ਬੇਟੀ ਦੇ ਤੌਰ 'ਤੇ, ਨਾਗਰਿਕ ਦੇ ਤੌਰ 'ਤੇ, ਮਹਿਲਾ ਦੇ ਤੌਰ 'ਤੇ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰੇਰਣਾ ਹੋ। ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ। ਧੰਨਵਾਦ ਸਰ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਉੱਤਰਾਖੰਡ ਤੋਂ ਬਾਅਦ ਹੁਣ ਚੱਲਦੇ ਹਾਂ ਗੋਆ, ਜਿੱਥੇ ਸਾਡੇ ਨਾਲ ਜੁੜਨਗੇ ਏਕਤਾ ਚੋਪੜੇਕਰ। ਏਕਤਾ ਜੀ ਨਮਸਕਾਰ। ਨਮਸਕਾਰ ਪ੍ਰਧਾਨ ਮੰਤਰੀ ਜੀ, ਮੈਂ ਏਕਤਾ ਚੋਪੜੇਕਰ ਗੋਆ ਤੋਂ ਬੋਲ ਰਹੀ ਹਾਂ। ਏਕਤਾ ਜੀ, ਤੁਸੀਂ ਗੈਸ ਦਾ ਕਨੈਕਸ਼ਨ ਇਸਤੇਮਾਲ ਕਰ ਰਹੇ ਹੋ, ਤੁਹਾਨੂੰ ਧੂਏ ਤੋਂ ਰਾਹਤ ਮਿਲੀ। ਪਹਿਲਾਂ ਕੀ ਹਾਲ ਸੀ? ਕਿਸ ਤਰ੍ਹਾਂ ਦਾ ਜੀਵਨ ਚੱਲਦਾ ਸੀ? ਪਹਿਲਾਂ ਸਾਨੂੰ ਜੰਗਲ ਜਾ ਕੇ ਲੱਕੜਾਂ ਤੋੜਨੀਆਂ ਪੈਂਦੀਆਂ ਸੀ। ਇੱਥੇ ਮੀਂਹ ਵੀ ਬਹੁਤ ਪੈਂਦਾ ਹੈ ਤੇ ਪਰੇਸ਼ਾਨੀ ਵੀ ਬਹੁਤ ਹੁੰਦੀ ਹੈ। ਫਿਰ ਸੁੱਕੀਆਂ ਲੱਕੜਾਂ ਰੱਖਣ 'ਚ ਮੁਸ਼ਕਿਲ ਆਉਂਦੀ ਸੀ। ਫਿਰ ਚੁੱਲ੍ਹਾ ਬਣਾ ਕੇ ਰੋਟੀ ਜਲਦੀ ਨਹੀਂ ਬਣਦੀ ਸੀ ਅਤੇ ਬੱਚਿਆਂ ਨੂੰ ਵੀ ਰੋਟੀ ਸਮੇਂ ਸਿਰ ਨਹੀਂ ਮਿਲਦੀ ਸੀ ਅਤੇ ਬੱਚੇ ਵੀ ਬਹੁਤ ਪਰੇਸ਼ਾਨ ਹੁੰਦੇ ਸੀ। ਪੂਰਾ ਘਰ ਧੂਏ ਨਾਲ ਭਰ ਜਾਂਦਾ ਸੀ ਅਤੇ ਖੰਘ ਵੀ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਜਦੋਂ ਤੋਂ ਭਾਰਤ ਗੈਸ ਉਜਵਲਾ ਦਾ ਕਨੈਕਸ਼ਨ ਮਿਲਿਆ ਹੈ ਅਤੇ ਰੋਟੀ ਸਮੇਂ ਸਿਰ ਬਣਦੀ ਹੈ ਅਤੇ ਬੱਚਿਆਂ ਨੂੰ ਵੀ ਰੋਟੀ ਸਮੇਂ ਸਿਰ ਮਿਲਦੀ ਹੈ। ਬੱਚੇ ਵੀ ਖੁਸ਼ ਨੇ। ਗੈਸ 'ਤੇ ਰੋਟੀ ਸਮੇਂ ਸਿਰ ਬਣਦੀ ਹੈ ਅਤੇ ਬੱਚਿਆਂ ਨੂੰ ਵੀ ਮੈਂ ਸਮਾਂ ਦੇ ਸਕਦੀ ਹਾਂ। ਫਿਰ ਮੈਂ ਫ੍ਰੀ ਟਾਈਮ ਨੂੰ ਬੱਚਿਆਂ ਨੂੰ ਪੜ੍ਹਾਉਂਦੀ ਹਾਂ, ਸਮਾਂ ਨਾਲ ਕੱਢਦੀ ਹਾਂ, ਚੰਗਾ ਲੱਗਦਾ ਹੈ। ਏਕਤਾ ਜੀ, ਲੋਕਡਾਊਨ ਵਿੱਚ ਤੁਹਾਨੂੰ ਰੀਫਿਲ ਵਿੱਚ ਕੋਈ ਮਦਦ ਮਿਲੀ? ਉਸ ਨਾਲ ਤੁਹਾਨੂੰ ਕਿੰਨਾ ਲਾਭ ਹੋਇਆ? ਜੀ, ਮੈਨੂੰ 3 ਰੀਫਿਲ ਮਿਲੇ ਤੇ ਰੀਫਿਲ ਦਾ ਐਡਵਾਂਸ ਬੈਂਕ ਵਿੱਚ ਜਮ੍ਹਾਂ ਹੋ ਗਿਆ ਸੀ ਤੇ ਗੈਸ ਲੈਣ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਹੋਈ। ਅੱਛਾ ਏਕਤਾ ਜੀ, ਤੁਹਾਨੂੰ ਇਹ ਕਨੈਕਸ਼ਨ ਮਿਲਣ ਦੇ ਬਾਰੇ ਵਿੱਚ ਜਦੋਂ ਪਤਾ ਲੱਗਿਆ ਕਿ ਕਿਵੇਂ ਕਨੈਕਸ਼ਨ ਮਿਲਦਾ ਹੈ, ਤਾਂ ਕੀ ਤੁਹਾਨੂੰ ਕੋਈ ਸਿਫਾਰਿਸ਼ ਦੀ ਲੋੜ ਪਈ? ਕੀ ਕੋਈ ਵਿਚੋਲਾ ਵਿੱਚ ਆਇਆ ਜਿਸ ਨੇ ਕੋਈ ਮੰਗ ਕੀਤੀ? ਅਜਿਹੀ ਕੋਈ ਮੁਸ਼ਕਿਲ ਆਈ ਜਾਂ ਸਿੱਧੇ ਸਿੱਧੇ ਸਾਰਾ ਪ੍ਰਬੰਧ ਹੋ ਗਿਆ? ਭਾਰਤ ਗੈਸ ਵਾਲੀ ਗੱਡੀ ਤੋਂ ਮੈਨੂੰ ਪਤਾ ਲੱਗਿਆ ਕਿ ਮੈਂ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਇਨਕੁਆਇਰੀ ਕੀਤੀ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਭਾਰਤ ਗੈਸ ਦਾ ਕਨੈਕਸ਼ਨ ਜਿਹੜਾ ਸੀ ਬੜੀ ਆਸਾਨੀ ਨਾਲ ਮਿਲ ਗਿਆ। ਏਕਤਾ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਇਹ ਵੀ ਜਾਣ ਕੇ ਚੰਗਾ ਲੱਗਿਆ ਕਿ ਤੁਸੀਂ ਸਿਲੰਡਰ ਰੀਫਿਲ ਕਰਾ ਰਹੇ ਹੋ। ਇਹ ਤੁਹਾਡੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਪਹਿਲਾਂ ਦੀਆਂ ਸਰਕਾਰਾਂ ਦੀ ਸਥਿਤੀ ਤਾਂ ਤੁਹਾਨੂੰ ਯਾਦ ਹੀ ਹੋਏਗੀ, ਜਦੋਂ 1 ਸਾਲ ਵਿੱਚ ਕਿੰਨੇ ਸਿਲੰਡਰ ਰੀਫਿਲ ਹੋਣਗੇ, ਇਸ ਦੀ ਚਰਚਾ ਸੰਸਦ ਵਿੱਚ ਹੋਇਆ ਕਰਦੀ ਸੀ। ਹੁਣ ਹਾਲਾਤ ਬਦਲ ਰਹੇ ਨੇ। ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਵੀ ਸਾਡੇ ਲਈ ਬਹੁਤ ਕੁਝ ਕੀਤਾ ਹੈ। ਗੋਆ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਪੰਜਾਬ। ਅੰਮ੍ਰਿਤਸਰ ਤੋਂ ਜੁੜਨਗੇ ਆਸ਼ਾ ਜੀ। ਆਸ਼ਾ ਜੀ ਨਮਸਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਅੰਮ੍ਰਿਤਸਰ ਦੇ ਇੱਕ ਪਿੰਡ ਤੋਂ ਬੋਲ ਰਹੀ ਹਾਂ। ਆਸ਼ਾ ਜੀ, ਤੁਸੀਂ ਅੰਮ੍ਰਿਤਸਰ ਵਿੱਚ ਰਹਿੰਦੇ ਹੋ। ਪਰਿਵਾਰ ਵਿੱਚ ਕੌਣ-ਕੌਣ ਹੈ? ਸਭ ਕੀ ਕਰਦੇ ਨੇ? ਸਰ, ਮੇਰੇ ਪਤੀ ਨੇ, ਮੇਰੇ 2 ਬੱਚੇ ਨੇ। ਬੇਟੀ ਛੋਟੀ ਹੈ ਅਤੇ ਬੇਟਾ ਵੱਡਾ ਹੈ ਅਤੇ ਮੇਰੇ ਦੋਨੋਂ ਬੱਚੇ ਸਕੂਲ ਜਾਂਦੇ ਨੇ ਅਤੇ ਪਤੀ ਅਖੰਡ ਪਾਠ ਦਾ ਕੰਮ ਕਰਦੇ ਨੇ। ਆਸ਼ਾ ਜੀ, ਤੁਹਾਨੂੰ ਉਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਲੈਣ ਵਿੱਚ ਕਿਤੇ ਕੋਈ ਮੁਸ਼ਕਲ ਆਈ? ਤੁਸੀਂ ਗਏ ਪਰ ਮਿਲਿਆ ਨਹੀਂ, ਫਿਰ ਬਹੁਤ ਚੱਕਰ ਕੱਢੇ, ਅਜਿਹਾ ਕੁਝ ਕਰਨਾ ਪਿਆ ਕਿ ਤੁਹਾਨੂੰ ਸਿੱਧਾ ਹੀ ਕਨੈਕਸ਼ਨ ਮਿਲ ਗਿਆ? ਨਹੀਂ ਸਰ, ਨਹੀਂ ਸਰ, ਬਿਲਕੁਲ ਸਰ, ਬਿਲਕੁਲ। ਉਸ ਲਈ ਅਸੀਂ LPCL ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਰ, ਜਦੋਂ ਸਾਡੇ ਗੁਰਦੁਆਰੇ ਵਿੱਚ ਅਨਾਉਂਸਮੈਂਟ ਹੋਈ ਸੀ ਤਾਂ ਅਸੀਂ ਗਏ ਸੀ ਅਤੇ ਸਾਡੇ ਘਰ ਦੇ ਨਾਲ ਹੀ ਹੈ ਅਤੇ ਉਹ ਜਗ੍ਹਾ ਵੀ ਹੈ ਅਤੇ ਅਸੀਂ ਜਾ ਕੇ ਪਤਾ ਕੀਤਾ ਅਤੇ
ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਓ, ਤੇ ਸਰ ਅਸੀਂ ਆਪਣੇ ਡਾਕੂਮੈਂਟ ਅਗਲੇ ਦਿਨ ਹੀ ਲੈ ਕੇ ਚਲੇ ਗਏ ਸੀ ਤੇ ਸਾਨੂੰ 2-3 ਦਿਨਾਂ ਵਿੱਚ ਹੀ ਗੈਸ ਕਨੈਕਸ਼ਨ ਮਿਲ ਗਿਆ ਸੀ। ਕੋਈ ਪ੍ਰੋਬਲਮ ਨਹੀਂ ਹੋਈ ਸੀ ਤੇ ਇਸ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ। ਅੱਛਾ ਆਸ਼ਾ ਜੀ, ਇਹ ਦੱਸੋ ਕਿ ਕਨੈਕਸ਼ਨ ਮਿਲਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਇਆ? ਪਹਿਲਾਂ ਸਮਾਂ ਕਿੱਥੇ ਜਾਂਦਾ ਸੀ ਤੇ ਹੁਣ ਸਮਾਂ ਕਿੱਥੇ ਜਾਂਦਾ ਹੈ? ਸਰ ਪਹਿਲਾਂ ਤਾਂ ਸਾਨੂੰ ਬਾਜ਼ਾਰ ਤੋਂ ਲੱਕੜਾਂ ਲੈ ਕੇ ਆਉਣੀਆਂ ਪੈਂਦੀਆਂ ਸੀ, ਪਾਥੀਆਂ ਲਿਆਉਣੀਆਂ ਪੈਂਦੀਆਂ ਸੀ ਸਰ। ਉਸ ਵਿੱਚ ਵੀ ਪਹਿਲਾਂ ਸਮਾਂ ਬਹੁਤ ਜ਼ਿਆਦਾ ਲੱਗਦਾ ਸੀ, ਪਰ ਹੁਣ ਸਮਾਂ ਬਚਦਾ ਹੈ ਤੇ ਇਸ ਸਮੇਂ ਵਿੱਚ ਮੈਂ ਘਰ ਦਾ ਕੰਮ ਵਗੈਰਾ ਸਾਰਾ ਨਿਪਟਾ ਲੈਂਦੀ ਹਾਂ ਤੇ ਫਿਰ ਮੈਂ ਆਪਣਾ ਪਾਠ ਕਰਦੀ ਹਾਂ, ਪੂਜਾ ਪਾਠ ਕਰ ਲੈਂਦੀ ਹਾਂ ਤੇ ਬੱਚਿਆਂ ਲਈ ਜੋ ਵੀ ਹੈ, ਫਿਰ ਮੇਰੇ ਬੱਚੇ ਮੈਂ ਕੰਮ ਕਰਦੀ ਹਾਂ ਤੇ ਉਹਨਾਂ ਲਈ ਸਮਾਂ ਬਿਤਾਉਂਦੀ ਹਾਂ ਆਪਣੇ ਬੱਚਿਆਂ ਦੇ ਨਾਲ। ਚਲੋ ਆਸ਼ਾ ਜੀ, ਗੁਰੂਆਂ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ। ਆਸ਼ਾ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ, ਤੁਹਾਡਾ ਧੰਨਵਾਦ। ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਤੁਹਾਡਾ ਸਮਾਂ ਵੀ ਬਚਿਆ ਤੇ ਤੁਸੀਂ ਬੱਚਿਆਂ ਵੱਲ ਵੀ ਥੋੜਾ ਵੱਧ ਧਿਆਨ ਦੇ ਪਾ ਰਹੇ ਹੋ ਅਤੇ ਪੈਸੇ ਵੀ ਬਚ ਰਹੇ ਹਨ। ਛੋਟੇ ਬੱਚੇ ਹੈ ਨਾ ਮੇਰੇ, ਜਦੋਂ ਅਸੀਂ ਆਪਣੀਆਂ ਗਰੀਬ ਮਾਤਾਵਾਂ ਭੈਣਾਂ ਤੱਕ ਇਹ ਯੋਜਨਾ ਪਹੁੰਚਾਈ ਸੀ ਤਾਂ ਬਹੁਤ ਸਾਰੇ ਲੋਕ ਸਵਾਲ ਕਰਦੇ ਸੀ ਕਿ ਇਸ ਨਾਲ ਕੀ ਫਾਇਦਾ ਹੋਏਗਾ। ਤੁਹਾਡੇ ਵਰਗੀਆਂ ਮਾਤਾਵਾਂ ਭੈਣਾਂ ਦੇ ਜੀਵਨ ਵਿੱਚੋਂ ਜੋ ਮੁਸ਼ਕਲਾਂ ਦੂਰ ਹੋਈਆਂ ਨੇ, ਉਹੀ ਮੈਂ ਸਮਝਦਾ ਹਾਂ ਕਿ ਉਸ ਦਾ ਸਭ ਤੋਂ ਸਟੀਕ ਉੱਤਰ ਹੈ। ਹੁਣ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦੇ ਪਾ ਰਹੇ ਹੋ, ਬੇਟੀਆਂ ਪੜ੍ਹਾਈ ਵਿੱਚ ਧਿਆਨ ਦੇ ਪਾ ਰਹੀਆਂ ਹਨ। ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੇ ਦੇਸ਼ ਦੇ ਹਰ ਨਾਗਰਿਕ ਤੱਕ ਸਰੋਤ ਪਹੁੰਚਾਈਏ ਜਿਸ ਨਾਲ ਉਹ ਆਪਣੇ ਜੀਵਨ ਵਿੱਚ ਖੁਸ਼ਹਾਲੀ ਲਿਆ ਸਕਣ, ਉਹਨਾਂ ਦੇ ਸਮੇਂ ਦਾ ਸਹੀ ਉਪਯੋਗ ਹੋਵੇ, ਸੰਤੁਸ਼ਟੀ ਮਿਲੇ। ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਸਰ। ਤੇ ਹੁਣ ਪੰਜਾਬ ਤੋਂ ਚੱਲਦੇ ਹਾਂ ਉੱਤਰ ਪ੍ਰਦੇਸ਼, ਗੋਰਖਪੁਰ ਤੋਂ ਜੁੜੇਗੀ ਕਿਰਨ ਦੇਵੀ ਜੀ। किरण जी नमस्ते। नमस्ते प्रधानमंत्री जी, नमस्ते जी। किरण जी दसो तुहाडे नाल कौन बैठे ने? जी मेरी बेटी है। की नाम है बेटी दा? साधना नाम है। सुनिया नहीं, की नाम है बेटी दा? साधना नाम है। अच्छा, पढ़दी है बेटी? जी। अच्छा, परिवार विच होर कौन कौन ने ते की करदे ने? सर मेरे पति काम करते ने बाहर ते मैं रोज़गार का काम करती हाँ, बांसा काम करते हाँ, बीना बनाते हाँ, पखे बनाते हाँ, जो टल्लिया बनाते हाँ, उस नाल सिलाई करते हाँ ते ग्रामीण आजीवन मिशन नाल जुड़े हाँ ते समूह भी चलाते हाँ। अच्छा, गैस मिलता है, ये तुहानू किवें पता लग्या? सर साडे अनुभव HP गैस कनैक्शन तो साडे जो भरा लोग हैं वो उत्थे आए सी ते इत्थे कैंप लगा के सानू दस्सिया सी। अच्छा, बेटी पढ़ती है तो उसनू खाना वगैरह भी बनाना सिखाया तो उसनू ते गैस ते खाना बनाना चंगा लगता होएगा? जी बहुत अच्छा लगता है, बहुत चंगा लगता है, पर जो गैस खत्म हो जाती है तो उदों रोटी बनाने लई मनदी नहीं है। अच्छा, तुहानू ये गैस कनैक्शन मिलने करके बहुत सहायता हुई होगी, हुण समा भी बचदा होएगा? साडे कोल पूरा समा बचदा है। पहला तो इदां हुंदा सी कि काम करदे असीं थक जांदे सी, कदी कदी तो रोटी भी नहीं बनाउंदे सी, शाम नूं आके इदां ही सो जांदे सी। इस समय तो बरसात होने की वजह नाल पहला लकड़ां नूं सुकाउणा पैंदा सी, चाहे काम कर लो। तो बारिश विच तां काफ़ी सुविधा होगी तुहानू? बहुत ज़्यादा। तो HP गैस के कर्मचारियों नूं भी बहुत बहुत मैं धन्नवाद करना चाहती हाँ, साडी बहुत मदद करते हैं। तुहाडा स्वै सहायता ग्रुप है ਅਤੇ ਤੁਸੀਂ खुद भी कुछ ना कुछ आर्थिक उत्पादन का काम करते हो। ਤੁਸੀਂ इस योजना के बारे ਵਿੱਚ ਤੁਹਾਡਾ जो समूह बनया होया है, महिलावां ਤੁਹਾਡੇ ਨਾਲ जुड़ियां होईयां ਹਨ, कि ਉਹਨਾਂ ਨੂੰ ਇਸ ਬਾਰੇ ਦੱਸਿਆ कि ਉਹਨਾਂ ਨੂੰ ਇਸ ਦਾ ਲਾਭ ਹੋਇਆ? जी दस्या है, सब अपना अपना कारोबार करदियां हन।
ਜੋ ਲਗਾ ਕੇ ਆਪਣਾ ਕੰਮ ਕਰਦੀਆਂ ਹਨ ਤੇ ਕੋਸ਼ਿਸ਼ ਕਰਦੀਆਂ ਹਨ ਕਿ ਲੋਕਡਾਊਨ ਲੱਗ ਗਿਆ ਸੀ ਤੇ ਥੋੜਾ ਬਹੁਤ ਪੈਸਾ ਫਸ ਗਿਆ ਸੀ ਤੇ ਆਪ ਅੱਗੇ ਬੇਨਤੀ ਹੈ ਕਿ ਤੁਸੀਂ ਕੁਝ ਨਜ਼ਰ ਉਹਨਾਂ ਤੇ ਵੀ ਪਾਓ। ਤਾਂ ਉਹਨਾਂ ਨੂੰ ਗੈਸ ਕਨੈਕਸ਼ਨ ਮਿਲਿਆ? ਜੀ ਜੀ ਜੀ, ਸਭ ਨੂੰ ਮਿਲ ਗਿਆ ਹੈ, ਉਹ ਸਾਡੇ ਨਾਲ ਹੀ ਨੇ, ਲੈ ਚੁੱਕੀਆਂ ਨੇ। ਅੱਛਾ, ਮੈਂ ਜੋ ਗਰੀਬਾਂ ਲਈ ਅਨਾਜ ਮੁਫਤ ਵਿੱਚ ਭੇਜਦਾ ਹਾਂ, ਕੀ ਉਹ ਵੀ ਮਿਲਿਆ ਹੈ ਉਹਨਾਂ ਨੂੰ? ਜੀ ਜੀ, ਮਿਲ ਗਿਆ ਹੈ, ਹਰ ਮਹੀਨੇ ਮਿਲ ਰਿਹਾ ਹੈ, ਮਹੀਨੇ ਮਿਲ ਵਿੱਚ ਜਾता 2 है। बार भी मिल रहा है। अच्छा, बेटी कुछ कहना चाहेगी? बेटी की पढ़ रहे हो? ਇੰਟਰ ਵਿੱਚ। ਅੱਛਾ, ਖੇਡਾਂ ਵਿੱਚ ਭਾਗ ਲੈਂਦੇ ਹੋ ਕਿ ਨਹੀਂ ਲੈਂਦੇ ਹੋ? ਕੀ ਕਿਹਾ ਸਰ? ਖੇਡਾਂ ਵਿੱਚ ਹਿੱਸਾ ਲੈਂਦੇ ਹੋ? ਨਹੀਂ ਸਰ, ਅਜੇ ਨਹੀਂ ਲਿਆ, ਨਹੀਂ ਲਿਆ। ਮੰਮੀ ਨੇ ਲਿਆ ਸੀ। ਕਿਰਨ ਜੀ, ਇਹ ਜਾਣ ਕੇ ਸੰਤੁਸ਼ਟੀ ਮਿਲੀ ਕਿ ਤੁਹਾਨੂੰ ਗੈਸ ਕਨੈਕਸ਼ਨ ਮਿਲਣ ਵਿੱਚ ਕੋਈ ਦਿੱਕਤ ਨਹੀਂ ਹੋਈ, ਸਗੋਂ ਤੁਹਾਡੇ ਵਰਗੇ ਬਹੁਤ ਸਾਰੇ ਲੋਕਾਂ ਦੇ ਘਰ ਆ ਕੇ ਉਹਨਾਂ ਨੂੰ ਇਹ ਸੁਵਿਧਾ ਦਿੱਤੀ ਗਈ ਹੈ। 2014 ਤੋਂ ਪਹਿਲਾਂ ਆਪਣੇ ਦੇਸ਼ ਦੇ ਗਰੀਬਾਂ ਨੂੰ ਕਿਸੇ ਵੀ ਸੁਵਿਧਾ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ। ਛੋਟੀਆਂ-ਛੋਟੀਆਂ ਚੀਜ਼ਾਂ ਲਈ ਉਹਨਾਂ ਨੂੰ ਜਾਣਾ ਪੈਂਦਾ ਸੀ। ਅਸੀਂ ਇਹਨਾਂ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪ ਸਭ ਭੈਣਾਂ ਨਾਲ ਗੱਲ ਕਰਕੇ ਇਹ ਲੱਗਿਆ ਕਿ ਹੁਣ ਇਹਨਾਂ ਯਤਨਾਂ ਦਾ ਅਸਰ ਦਿਖਣਾ ਸ਼ੁਰੂ ਹੋਇਆ ਹੈ। ਜੀ, ਮੈਂ ਵੀ ਤੁਹਾਨੂੰ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਬਹੁਤ-ਬਹੁਤ ਧੰਨਵਾਦ। ਤੁਸੀਂ ਮੇਰੇ ਭਰਾ ਵਰਗੇ ਹੋ ਤੇ ਮੇਰੇ ਪਿਤਾ ਸਮਾਨ ਹੋ। ਜੋ ਵੀ ਤੁਸੀਂ ਸਾਡੀ ਮਦਦ ਕੀਤੀ ਹੈ, ਜ਼ਿੰਦਗੀ ਭਰ ਸਾਡੀ ਉਮਰ, ਸਭ ਭੈਣਾਂ ਦਾ ਆਸ਼ੀਰਵਾਦ ਬਣਿਆ ਰਹੇ। ਜੀ, ਮੇਰਾ ਆਸ਼ੀਰਵਾਦ ਜ਼ਿੰਦਗੀ ਭਰ ਤੁਹਾਡੇ ਨਾਲ ਹੈ। ਸਾਡੀ ਉਮਰ ਤੁਹਾਨੂੰ ਲੱਗ ਜੇ, ਇਦਾਂ ਹੀ ਆਸ਼ੀਰਵਾਦ ਦਿੰਦੇ ਰਹੋ। ਗੋਰਖਪੁਰ ਤੋਂ ਬਾਅਦ ਹੁਣ ਚੱਲਦੇ ਹਾਂ ਮੱਧ ਪ੍ਰਦੇਸ਼ ਭੋਪਾਲ ਤੋਂ। ਜੁੜ ਰਹੇ ਨੇ ਸੁਨੀਤਾ ਵੈਸ਼ਯਮ। ਸੁਨੀਤਾ ਜੀ ਨਮਸਤੇ। ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਮੇਰਾ ਪ੍ਰਣਾਮ। ਸੁਨੀਤਾ ਜੀ ਦੱਸੋ, ਤੁਹਾਨੂੰ ਗੈਸ ਕਨੈਕਸ਼ਨ ਕਦੋਂ ਮਿਲਿਆ ਤੇ ਤੁਸੀਂ ਹੁਣ ਤੱਕ ਕਿੰਨੀ ਵਾਰ ਸਿਲੰਡਰ ਭਰਵਾਏ ਨੇ? ਸਰ, ਮੈਨੂੰ ਸਤੰਬਰ 2018 ਦੇ ਵਿੱਚ ਮਿਲਿਆ ਸੀ ਸਰ। ਅੱਛਾ, ਮਹੀਨੇ ਵਿੱਚ ਕਿੰਨੇ ਵਾਰ? 2 ਵਾਰ, 3 ਵਾਰ, ਕਿੰਨੇ ਵਾਰ ਹੁੰਦਾ ਹੈ? ਸਰ, ਮੇਰਾ 1.5 ਤੋਂ 2 ਮਹੀਨੇ ਚੱਲਦਾ ਹੈ। ਜੀ ਸਰ। ਅੱਛਾ, ਰੈਗੂਲਰ ਮਿਲ ਜਾਂਦਾ ਜਦੋਂ ਲੋੜ ਹੁੰਦੀ ਹੈ? ਜੀ ਸਰ। ਜੀ ਸੁਨੀਤਾ ਜੀ, ਤੁਸੀਂ ਸਿਲਾਈ ਦਾ ਵੀ ਕੰਮ ਕਰਦੇ ਹੋ, ਤਾਂ ਗੈਸ ਕਨੈਕਸ਼ਨ ਮਿਲਣ ਕਰਕੇ ਤੁਹਾਨੂੰ ਸਿਲਾਈ ਦੇ ਕੰਮ ਲਈ ਜ਼ਿਆਦਾ ਸਮਾਂ ਮਿਲ ਰਿਹਾ ਹੈ? ਉਸ ਨਾਲ ਤੁਹਾਡਾ ਕੰਮ ਵੱਧ ਹੋ ਰਿਹਾ ਹੈ? ਜੀ ਸਰ, ਮੈਨੂੰ ਬਹੁਤ ਆਸਾਨੀ ਹੋ ਗਈ ਹੈ ਸਿਲੰਡਰ ਮਿਲਣ ਨਾਲ। ਮੈਨੂੰ ਆਪਣਾ ਸਮਾਂ ਮਿਲ ਗਿਆ ਹੈ ਔਰ ਬੱਚਿਆਂ ਲਈ ਵੀ ਮੈਂ ਸਿਲਾਈ ਵੀ ਕਰਦੀ ਹਾਂ ਤੇ ਆਪਣੇ ਪਰਿਵਾਰ ਲਈ ਵੀ ਸਮਾਂ ਕੱਢ ਲੈਂਦੀ ਹਾਂ। ਸੁਨੀਤਾ ਜੀ, ਤੁਹਾਨੂੰ ਕਰੋਨਾ ਦੇ ਦੌਰਾਨ ਜੋ ਮੁਫਤ ਰੀਫਿਲ ਮਿਲੇ ਅਤੇ ਇਹ ਵੀ ਦੱਸੋ ਕਿ ਇਸ ਨਾਲ ਤੁਹਾਡੇ ਪਰਿਵਾਰ ਨੂੰ ਕਿੰਨੀ ਸਹਾਇਤਾ ਮਿਲੀ? ਕੀ ਮੁਫਤ ਮਿਲਣ ਵਿੱਚ ਕੋਈ ਦਿੱਕਤ ਆਉਂਦੀ ਸੀ? ਨਹੀਂ ਸਰ, ਮੈਨੂੰ ਕੋਈ ਮੁਸ਼ਕਿਲ ਨਹੀਂ ਆਈ, ਸਗੋਂ 3 ਮਹੀਨੇ ਬੜਾ ਵਧੀਆ ਰਿਹਾ, ਮਿਲਦਾ ਰਿਹਾ ਮੈਨੂੰ। 3 ਮਹੀਨੇ ਫ੍ਰੀ ਸਿਲੰਡਰ ਮਿਲਿਆ ਸਰ। ਉਹਦੇ ਨਾਲ ਸੁਨੀਤਾ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਤੁਹਾਨੂੰ ਲੋਕਡਾਊਨ ਦੇ ਦੌਰਾਨ ਕਈ ਫ੍ਰੀ ਰੀਫਿਲ ਮਿਲੇ। ਸਾਡੀ ਕੋਸ਼ਿਸ਼ ਵੀ ਹੈ ਕਿ ਸੰਕਟ ਦੇ ਸਮੇਂ ਦੌਰਾਨ ਦੇਸ਼ ਦੇ ਗਰੀਬਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ, ਚਾਹੇ ਉਹ PM ਗਰੀਬ ਕਲਿਆਣ ਅੰਨ ਯੋਜਨਾ ਹੋਵੇ, ਜਨ ਧਨ ਖਾਤਿਆਂ ਵਿੱਚ ਸਿੱਧੇ ਪੈਸੇ ਜਮ੍ਹਾਂ ਕਰਨ ਦਾ ਅਭਿਆਨ ਹੋਵੇ, ਜਾਂ ਫਿਰ ਸਿਲੰਡਰ ਦਾ ਪੈਸਾ। ਸਾਡੀ ਕੋਸ਼ਿਸ਼ ਇਹੀ ਹੈ ਕਿ ਗਰੀਬ ਦੇ ਘਰ ਦਾ ਚੁੱਲ੍ਹਾ ਹਮੇਸ਼ਾ ਬਲਦਾ ਰਹੇ। ਅਤੇ ਚੁੱਲ੍ਹਾ ਮਤਲਬ ਲੱਕੜੀ ਦਾ ਚੁੱਲ੍ਹਾ ਨਹੀਂ, ਗੈਸ ਦਾ ਚੁੱਲ੍ਹਾ ਹੋਣਾ ਚਾਹੀਦਾ ਹੈ। ਚਲੋ, ਤੁਹਾਨੂੰ ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ। ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਸਾਡੇ ਏਜੰਸੀ ਦੇ ਸਟਾਫ ਨੂੰ ਵੀ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਆਪ ਸਾਰਿਆਂ ਦਾ। ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਕੁਮਲਾਏ ਚਿਹਰੇ ਖਿਲ ਗਏ। ਧੂਏ ਨਾਲ ਭਿੱਜੀਆਂ ਅੱਖਾਂ ਵਿੱਚ ਹੁਣ ਉਤਸ਼ਾਹ, ਉਮੰਗ ਤੇ ਆਨੰਦ ਦੀ ਚਮਕ ਹੈ ਤੇ ਕੁਝ ਸੁਪਨੇ ਨੇ ਤੇ ਇਹ ਸਭ ਸੰਭਵ ਹੋਇਆ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਸੰਵੇਦਨਸ਼ੀਲ ਸੋਚ, ਦ੍ਰਿੜ ਸੰਕਲਪ ਸ਼ਕਤੀ ਤੇ ਸਾਰਥਕ ਪ੍ਰਯਾਸਾਂ ਦੇ ਨਾਲ। ਉਜਵਲਾ ਯੋਜਨਾ ਦੇ ਦੂਸਰੇ ਚਰਨ ਦੇ ਸ਼ੁਭ ਆਰੰਭ ਵਿੱਚ ਮੈਂ ਬਹੁਤ ਹੀ ਆਦਰ ਦੇ ਨਾਲ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗੇ ਕਿ ਆਪਣੇ ਸ਼ੁਭ ਬਚਨਾਂ ਨਾਲ ਸਾਨੂੰ ਸਰਾਬੋਰ ਕਰਨ।
ਨਮਸਕਾਰ। ਹੁਣੇ ਮੈਨੂੰ ਸਾਰੀਆਂ ਮਾਵਾਂ ਭੈਣਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਲਈ ਖੁਸ਼ੀ ਹੈ ਕਿ ਕੁਝ ਦਿਨਾਂ ਬਾਅਦ ਹੀ ਰੱਖੜੀ ਦਾ ਤਿਉਹਾਰ ਵੀ ਆ ਰਿਹਾ ਹੈ ਤੇ ਮੈਨੂੰ ਅੱਜ ਐਡਵਾਂਸ ਵਿੱਚ ਹੀ ਮਾਵਾਂ ਭੈਣਾਂ ਦਾ ਆਸ਼ੀਰਵਾਦ ਮਿਲਿਆ ਅਤੇ ਅਜਿਹੇ ਵਿੱਚ ਦੇਸ਼ ਦੇ ਕਰੋੜਾਂ ਗਰੀਬ, ਦਲਿਤ, ਵਾਂਝੇ, ਪਿਛੜੇ, ਆਦੀਵਾਸੀ ਪਰਿਵਾਰਾਂ ਦੀਆਂ ਭੈਣਾਂ ਨੂੰ ਅੱਜ ਇੱਕ ਹੋਰ ਤੋਹਫਾ ਦੇਣ ਦਾ ਮੌਕਾ ਮਿਲਿਆ ਹੈ। ਅੱਜ ਉਜਵਲਾ ਯੋਜਨਾ ਦੇ ਅਗਲੇ ਪੜਾਅ 'ਚ ਕਈ ਭੈਣਾਂ ਨੂੰ ਮੁਫਤ ਗੈਸ ਕਨੈਕਸ਼ਨ ਅਤੇ ਗੈਸ ਚੁੱਲ੍ਹਾ ਮਿਲ ਰਿਹਾ ਹੈ। ਮੈਂ ਸਾਰੇ ਲਾਭਪਾਤਰੀਆਂ ਨੂੰ ਮੁੜ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮਹੋਬਾ 'ਚ ਮੌਜੂਦ ਕੇਂਦਰੀ ਮੰਤਰੀ ਮੰਡਲ 'ਚ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, यूपी ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਮੰਤਰੀ ਮੰਡਲ ਦੇ ਮੇਰੇ ਇੱਕ ਹੋਰ ਸਾਥੀ ਰਮੇਸ਼ਵਰ ਤੇਲੀ ਜੀ, ਉੱਤਰ ਪ੍ਰਦੇਸ਼ ਦੇ ਡਿਪਟੀ CM ਕੇਸ਼ਵ ਪ੍ਰਸਾਦ ਮੌਰਿਆ ਜੀ, ਡਾਕਟਰ ਦਿਨੇਸ਼ ਸ਼ਰਮਾ ਜੀ, ਰਾਜ ਸਰਕਾਰ ਦੇ ਬਾਕੀ ਮੰਤਰੀ ਸਾਹਿਬਾਨ, ਸਾਰੇ ਸੰਸਦ ਦੇ ਮੇਰੇ ਸਾਥੀ, ਸਾਰੇ ਆਦਰਯੋਗ ਵਿਧਾਇਕ ਸਾਹਿਬਾਨ ਅਤੇ ਮੇਰੇ ਪਿਆਰੇ ਭਰਾਵੋ ਤੇ ਭੈਣੋ, ਉਜਵਲਾ ਯੋਜਨਾ ਨੇ ਦੇਸ਼ ਦੇ ਜਿੰਨੇ ਲੋਕਾਂ, ਜਿੰਨੀਆਂ ਮਹਿਲਾਵਾਂ ਦਾ ਜੀਵਨ ਰੌਸ਼ਨ ਕੀਤਾ ਹੈ ਉਹ ਅਦਭੁਤ ਹੈ। ਇਹ ਯੋਜਨਾ 2016 'ਚ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਆਜ਼ਾਦੀ ਦੀ ਲੜਾਈ ਦੇ ਮੋਹਰੀ ਮੰਗਲ ਪਾਂਡੇ ਜੀ ਦੀ ਧਰਤੀ ਤੋਂ ਸ਼ੁਰੂ ਹੋਈ ਸੀ। ਅੱਜ ਉਜਵਲਾ ਯੋਜਨਾ ਦਾ ਦੂਜਾ ਪੜਾਅ ਵੀ यूपी ਦੀ ਹੀ ਵੀਰ ਭੂਮੀ ਮਹੋਬਾ ਤੋਂ ਸ਼ੁਰੂ ਹੋ ਰਿਹਾ ਹੈ। ਮਹੋਬਾ ਹੋਵੇ, ਬੁੰਦੇਲਖੰਡ ਹੋਵੇ, ਇਹ ਤਾਂ ਦੇਸ਼ ਦੀ ਆਜ਼ਾਦੀ ਦਾ ਇੱਕ ਤਰ੍ਹਾਂ ਨਾਲ ਊਰਜਾ ਖੇਤਰ ਰਿਹਾ ਹੈ। ਇੱਥੋਂ ਦੇ ਕਣ-ਕਣ ਵਿੱਚ ਰਾਣੀ ਲక్ష్ਮੀ ਬਾਈ, ਰਾਣੀ ਦੁਰਗਾਵਤੀ, ਮਹਾਰਾਜਾ ਛਤਰਸਾਲ, ਵੀਰ ਅਹੈ ਅਤੇ ਉਦਲ ਵਰਗੇ ਅਨੇਕ ਵੀਰਾਂ ਦੀ ਹਿੰਮਤ ਦੀ ਕਹਾਣੀ ਦੀ ਖੁਸ਼ਬੂ ਹੈ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਹ ਆਯੋਜਨ ਇਹਨਾਂ ਮਹਾਨ ਵਿਅਕਤੀਆਂ ਨੂੰ ਵੀ ਯਾਦ ਕਰਨ ਦਾ ਮੌਕਾ ਲਿਆਇਆ ਹੈ। ਸਾਥੀਓ, ਅੱਜ ਮੈਂ ਬੁੰਦੇਲਖੰਡ ਦੀ ਇੱਕ ਹੋਰ ਮਹਾਨ ਸੰਤਾਨ ਨੂੰ ਯਾਦ ਕਰ ਰਿਹਾ ਹਾਂ। ਮੇਜਰ ਧਿਆਨ ਚੰਦ, ਸਾਡੇ ਭਰਾ ਧਿਆਨ ਚੰਦ। ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਦਾ ਨਾਂ ਹੁਣ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਹੋ ਗਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਓਲੰਪਿਕ 'ਚ ਸਾਡੇ ਨੌਜਵਾਨ ਸਾਥੀਆਂ ਦੇ ਅਦਭੁਤ ਪ੍ਰਦਰਸ਼ਨ ਦੇ ਵਿੱਚ ਖੇਡ ਰਤਨ ਦੇ ਨਾਲ ਜੁੜਿਆ ਦੱਦਾ ਦਾ ਇਹ ਨਾਂ ਲੱਖਾਂ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਇਸ ਵਾਰ ਅਸੀਂ ਵੇਖਿਆ ਹੈ ਕਿ ਸਾਡੇ ਖਿਡਾਰੀਆਂ ਨੇ ਮੈਡਲ ਤਾਂ ਜਿੱਤੇ ਹੀ ਹਨ, ਅਨੇਕ ਖੇਡਾਂ 'ਚ ਦਮਦਾਰ ਪ੍ਰਦਰਸ਼ਨ ਕਰਕੇ ਭਵਿੱਖ ਦਾ ਸੰਕੇਤ ਵੀ ਦੇ ਦਿੱਤਾ ਹੈ। ਭਰਾਵੋ ਤੇ ਭੈਣੋ, ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ 'ਚ ਪ੍ਰਵੇਸ਼ ਕਰਨ ਵਾਲੇ ਹਾਂ। ਅਜਿਹੇ ਵਿੱਚ ਬੀਤੇ 7.5 ਦਸ਼ਕਾਂ ਦੀ ਪ੍ਰਗਤੀ ਨੂੰ ਅਸੀਂ ਵੇਖਦੇ ਹਾਂ ਤਾਂ ਸਾਨੂੰ ਜ਼ਰੂਰ ਲੱਗਦਾ ਹੈ ਕਿ ਕੁਝ ਸਥਿਤੀਆਂ, ਕੁਝ ਹਾਲਾਤ ਅਜਿਹੇ ਹਨ ਜਿਨ੍ਹਾਂ ਨੂੰ ਕਈ ਦਹਾਕੇ ਪਹਿਲਾਂ ਬਦਲਿਆ ਜਾ ਸਕਦਾ ਸੀ। ਘਰ, ਬਿਜਲੀ, ਪਾਣੀ, ਪਖਾਨਾ, ਗੈਸ, ਸੜਕ, ਹਸਪਤਾਲ, ਸਕੂਲ, ਅਜਿਹੀਆਂ ਅਨੇਕ ਮੁੱਢਲੀਆਂ ਜ਼ਰੂਰਤਾਂ ਹਨ ਜਿਨ੍ਹਾਂ ਦੀ ਪੂਰਤੀ ਲਈ ਦਹਾਕਿਆਂ ਦਾ ਇੰਤਜ਼ਾਰ ਦੇਸ਼ ਵਾਸੀਆਂ ਨੂੰ ਕਰਨਾ ਪਿਆ। ਇਹ ਦੁਖਦਾਈ ਹੈ
ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸੇ ਨੇ ਚੁੱਕਿਆ ਹੈ ਤਾਂ ਸਾਡੀਆਂ ਮਾਵਾਂ ਭੈਣਾਂ ਨੇ ਚੁੱਕਿਆ ਹੈ। ਖਾਸ ਤੌਰ ਤੇ ਗਰੀਬ ਮਾਵਾਂ ਭੈਣਾਂ ਨੂੰ ਮੁਸੀਬਤ ਝੱਲਣੀ ਪਈ ਹੈ। ਝੁੱਗੀ ਵਿੱਚੋਂ ਚਿਉਂਦੇ ਪਾਣੀ ਤੋਂ ਸਭ ਤੋਂ ਵੱਧ ਸਮੱਸਿਆ ਜੇ ਕਿਸੇ ਨੂੰ ਹੈ ਤਾਂ ਮਾਂ ਨੂੰ ਹੈ। ਬਿਜਲੀ ਦੀ ਘਾਟ ਨਾਲ ਸਭ ਤੋਂ ਵੱਧ ਪਰੇਸ਼ਾਨੀ ਜੇਕਰ ਹੈ ਤਾਂ ਮਾਂ ਨੂੰ ਹੈ। ਪਾਣੀ ਦੀ ਗੰਦਗੀ ਨਾਲ ਪਰਿਵਾਰ ਬਿਮਾਰ ਤਾਂ ਵੀ ਸਭ ਤੋਂ ਵੱਧ ਪਰੇਸ਼ਾਨੀ ਮਾਂ ਨੂੰ। ਪਖਾਨੇ ਦੀ ਅਣਹੋਂਦ ਦੇ ਚਲਦਿਆਂ ਹਨੇਰਾ ਹੋਣ ਦਾ ਇੰਤਜ਼ਾਰ ਕਰਨਾ ਪਰੇਸ਼ਾਨੀ ਸਾਡੀਆਂ ਮਾਵਾਂ ਭੈਣਾਂ ਨੂੰ। ਸਕੂਲ 'ਚ ਵੱਖ ਪਖਾਨਾ ਨਹੀਂ ਤਾਂ ਸਮੱਸਿਆ ਸਾਡੀਆਂ ਬੇਟੀਆਂ ਨੂੰ। ਸਾਡੇ ਵਰਗੀਆਂ ਅਨੇਕਾਂ ਪੀੜ੍ਹੀਆਂ ਤਾਂ ਮਾਂ ਨੂੰ ਧੂਏਂ 'ਚ ਅੱਖਾਂ ਮਲਦਿਆਂ ਅੱਤ ਦੀ ਗਰਮੀ ਵਿੱਚ ਵੀ ਅੱਗ ਵਿੱਚ ਤਪਦਿਆਂ ਅਜਿਹੇ ਹੀ ਨਜ਼ਾਰਿਆਂ ਨੂੰ ਵੇਖਦਿਆਂ ਵੱਡੀਆਂ ਹੋਈਆਂ। ਸਾਥੀਓ, ਅਜਿਹੇ ਹਾਲਾਤਾਂ 'ਚ ਕੀ ਅਸੀਂ ਆਜ਼ਾਦੀ ਦੇ 100ਵੇਂ ਵਰ੍ਹੇ ਵੱਲ ਵੱਧ ਸਕਦੇ ਹਾਂ? ਕੀ ਸਾਡੀ ਊਰਜਾ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਹੀ ਲੱਗੀ ਰਹੇਗੀ? ਜਦੋਂ ਬੇਸਿਕ ਸੁਵਿਧਾਵਾਂ ਵਾਸਤੇ ਹੀ ਕੋਈ ਪਰਿਵਾਰ, ਕੋਈ ਸਮਾਜ ਸੰਘਰਸ਼ ਕਰਦਾ ਰਹੇਗਾ ਤਾਂ ਉਹ ਆਪਣੇ ਵੱਡੇ ਸੁਪਨਿਆਂ ਨੂੰ ਪੂਰਾ ਕਿਵੇਂ ਕਰ ਸਕਦਾ ਹੈ? ਸੁਪਨੇ ਪੂਰੇ ਹੋ ਸਕਦੇ ਨੇ ਜਦੋਂ ਤੱਕ ਇਹ ਵਿਸ਼ਵਾਸ ਸਮਾਜ ਨੂੰ ਨਹੀਂ ਮਿਲੇਗਾ। ਉਦੋਂ ਤੱਕ ਉਹਨਾਂ ਨੂੰ ਪੂਰਾ ਕਰਨ ਦਾ ਆਤਮ ਵਿਸ਼ਵਾਸ ਉਹ ਕਿਵੇਂ ਜੁਟਾਏਗਾ? ਤੇ ਬਿਨਾਂ ਆਤਮ ਵਿਸ਼ਵਾਸ ਤੋਂ ਕੋਈ ਦੇਸ਼ ਆਤਮ ਨਿਰਭਰ ਕਿਵੇਂ ਬਣ ਸਕਦਾ ਹੈ? ਭਰਾਵੋ ਤੇ ਭੈਣੋ, 2014 ਵਿੱਚ ਜਦੋਂ ਦੇਸ਼ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਅਜਿਹੇ ਹੀ ਸਵਾਲਾਂ ਨੂੰ ਅਸੀਂ ਆਪਣੇ ਆਪ ਤੋਂ ਪੁੱਛਿਆ। ਉਦੋਂ ਇੱਕਦਮ ਸਪਸ਼ਟ ਸੀ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਨੂੰ ਇੱਕ ਤੈਅ ਸਮਾਂ ਸੀਮਾ ਦੇ ਵਿੱਚ ਹੀ ਖੋਜਣਾ ਹੋਵੇਗਾ। ਸਾਡੀਆਂ ਬੇਟੀਆਂ ਘਰ ਅਤੇ ਰਸੋਈ ਤੋਂ ਬਾਹਰ ਨਿਕਲ ਕੇ ਰਾਸ਼ਟਰ ਨਿਰਮਾਣ ਵਿੱਚ ਵਿਆਪਕ ਯੋਗਦਾਨ ਉਦੋਂ ਹੀ ਦੇ ਸਕਣਗੀਆਂ ਜਦੋਂ ਪਹਿਲਾਂ ਘਰ ਅਤੇ ਰਸੋਈ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋਣਗੀਆਂ। ਇਸ ਲਈ ਬੀਤੇ 6-7 ਸਾਲਾਂ ਦੇ ਵਿੱਚ ਅਜਿਹੇ ਹਰ ਹੱਲ ਲਈ ਮਿਸ਼ਨ ਮੋਡ ਤੇ ਕੰਮ ਕੀਤਾ ਗਿਆ ਹੈ। ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਭਰ ਵਿੱਚ ਕਰੋੜਾਂ ਪਖਾਨੇ ਬਣਾਏ ਗਏ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ 2 ਕਰੋੜ ਤੋਂ ਵੱਧ ਗਰੀਬਾਂ ਦੇ ਪੱਕੇ ਘਰ ਬਣੇ। ਇਹਨਾਂ ਘਰਾਂ ਵਿੱਚ ਜ਼ਿਆਦਾਤਰ ਦਾ ਮਾਲਕਾਨਾ ਹੱਕ ਭਵਨਾਂ ਦੇ ਨਾਂ ਤੇ ਹੈ। ਅਸੀਂ ਹਜ਼ਾਰਾਂ ਕਿਲੋਮੀਟਰ ਪੇਂਡੂ ਸੜਕਾਂ ਬਣਵਾਈਆਂ। ਸੌਭਾਗਯ ਯੋਜਨਾ ਦੇ ਤਹਿਤ ਲਗਭਗ 3 ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਦਿੱਤਾ। ਆਯੁਸ਼ਮਾਨ ਭਾਰਤ ਯੋਜਨਾ ਤਹਿਤ 50 ਕਰੋੜ ਤੋਂ ਵੱਧ ਲੋਕਾਂ ਨੂੰ 5 ਲੱਖ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਦੇ ਰਹੇ ਹਾਂ। ਮਾਤਰੂ ਵੰਦਨਾ ਯੋਜਨਾ ਤਹਿਤ ਗਰਭ ਅਵਸਥਾ ਦੌਰਾਨ ਟੀਕਾਕਰਨ ਅਤੇ ਪੌਸ਼ਟਿਕ ਖੁਰਾਕ ਲਈ ਹਜ਼ਾਰਾਂ ਰੁਪਏ ਸਿੱਧੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ। ਜਨ ਧਨ ਯੋਜਨਾ ਦੇ ਤਹਿਤ ਅਸੀਂ ਕਰੋੜਾਂ ਭੈਣਾਂ ਦੇ ਖਾਤੇ ਵਿੱਚ ਖੁਲਵਾਏ, ਜਿਨ੍ਹਾਂ 'ਚ ਕੋਰੋਨਾ ਕਾਲ ਦੇ ਲਗਭਗ 30,000 ਕਰੋੜ ਰੁਪਏ ਸਰਕਾਰ ਨੇ ਜਮ੍ਹਾਂ ਕਰਵਾਏ ਨੇ। ਹੁਣ ਜਦੋਂ ਅਸੀਂ ਜਲ ਜੀਵਨ ਮਿਸ਼ਨ ਦੇ ਮਾਧਿਅਮ ਰਾਹੀਂ ਪੇਂਡੂ ਪਰਿਵਾਰਾਂ ਦੀਆਂ ਸਾਡੀਆਂ ਭੈਣਾਂ ਨੂੰ ਪਾਈਪ ਤੋਂ ਸ਼ੁੱਧ ਪਾਣੀ, ਨਲ ਤੋਂ ਜਲ ਪਹੁੰਚਾਉਣ ਦਾ ਕੰਮ ਜਾਰੀ ਹੈ। ਸਾਥੀਓ, ਭੈਣਾਂ ਦੀ ਸਿਹਤ
ਸੁਵਿਧਾ ਅਤੇ ਸਸ਼ਕਤੀਕਰਨ ਦੇ ਇਸ ਸੰਕਲਪ ਨੂੰ ਉਜਵਲਾ ਯੋਜਨਾ ਨੇ ਬਹੁਤ ਵੱਡਾ ਬਲ ਦਿੱਤਾ ਹੈ। ਯੋਜਨਾ ਦੇ ਪਹਿਲੇ ਗੇੜ 'ਚ 8 ਕਰੋੜ ਗਰੀਬ ਦਲਿਤ, ਵਾਂਝੇ, ਪਿਛੜੇ, ਆदिवासी ਪਰਿਵਾਰਾਂ ਦੀਆਂ ਭੈਣਾਂ ਨੂੰ ਮੁਫਤ ਗੈਸ ਕਨੈਕਸ਼ਨ ਦਿੱਤਾ ਗਿਆ। ਇਸ ਦਾ ਕਿੰਨਾ ਫਾਇਦਾ ਹੋਇਆ ਹੈ, ਇਹ ਅਸੀਂ ਕੋਰੋਨਾ ਕਾਲ ਵਿੱਚ ਵੇਖਿਆ ਹੈ। ਜਦੋਂ ਬਾਹਰ ਆਉਣਾ ਜਾਣਾ ਬੰਦ ਸੀ, ਕੰਮ ਧੰਦੇ ਬੰਦ ਸਨ, ਉਦੋਂ ਕਰੋੜਾਂ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਕਈ ਮਹੀਨੇ ਤੱਕ ਦਿੱਤੇ ਗਏ। ਕਲਪਨਾ ਕਰੋ, ਉਜਵਲਾ ਨਾ ਹੁੰਦੀ ਤਾਂ ਸੰਕਟ ਕਾਲ ਵਿੱਚ ਸਾਡੀਆਂ ਇਹਨਾਂ ਗਰੀਬ ਭੈਣਾਂ ਦੀ ਸਥਿਤੀ ਕੀ ਹੁੰਦੀ। ਸਾਥੀਓ, ਉਜਵਲਾ ਯੋਜਨਾ ਦਾ ਇੱਕ ਹੋਰ ਅਸਰ ਇਹ ਵੀ ਹੋਇਆ ਕਿ ਪੂਰੇ ਦੇਸ਼ ਵਿੱਚ LPG ਗੈਸ ਨਾਲ ਜੁੜੇ ਇਨਫਰਾਸਟ੍ਰਕਚਰ ਦਾ ਕਈ ਗੁਣਾ ਵਿਸਥਾਰ ਹੋਇਆ ਹੈ। ਬੀਤੇ 6-7 ਸਾਲਾਂ ਵਿੱਚ ਦੇਸ਼ ਭਰ ਵਿੱਚ 11,000 ਤੋਂ ਵੱਧ LPG ਵੰਡ ਕੇਂਦਰ ਖੋਲ੍ਹੇ ਗਏ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ 2014 ਵਿੱਚ 2000 ਤੋਂ ਵੀ ਘੱਟ ਵੰਡ ਕੇਂਦਰ ਸਨ। ਅੱਜ ਯੂਪੀ ਵਿੱਚ ਇਹਨਾਂ ਦੀ ਗਿਣਤੀ 4000 ਤੋਂ ਵੱਧ ਹੋ ਗਈ ਹੈ। ਇਸ ਤੋਂ ਇੱਕ ਤਾਂ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਅਤੇ ਦੂਜਾ, ਜੋ ਪਰਿਵਾਰ ਪਹਿਲਾਂ ਬਿਹਤਰ ਸੁਵਿਧਾ ਦੀ ਘਾਟ ਕਾਰਨ ਗੈਸ ਸੁਵਿਧਾ ਤੋਂ ਵਾਂਝੇ ਸਨ, ਉਹ ਵੀ ਜੁੜ ਗਏ। ਇਹੋ ਜਿਹੇ ਯਤਨਾਂ ਤੋਂ ਅੱਜ ਭਾਰਤ ਵਿੱਚ ਗੈਸ ਕਵਰੇਜ 100% ਹੋਣ ਦੇ ਨੇੜੇ ਹੈ। 2014 ਤੱਕ ਦੇਸ਼ ਵਿੱਚ ਜਿੰਨੇ ਗੈਸ ਕਨੈਕਸ਼ਨ ਸਨ, ਉਸ ਤੋਂ ਵੱਧ ਬੀਤੇ 7 ਸਾਲਾਂ ਵਿੱਚ ਦਿੱਤੇ ਗਏ ਹਨ। ਸਿਲੰਡਰ ਦੀ ਬੁਕਿੰਗ ਅਤੇ ਡਿਲੀਵਰੀ ਨੂੰ ਲੈ ਕੇ ਪਹਿਲਾਂ ਜੋ ਪਰੇਸ਼ਾਨੀਆਂ ਆਉਂਦੀਆਂ ਸਨ, ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਰਾਵੋ ਤੇ ਭੈਣੋ, ਉਜਵਲਾ ਯੋਜਨਾ ਤੋਂ ਜੋ ਇਹ ਸੁਵਿਧਾਵਾਂ ਵਧੀਆਂ ਨੇ, ਉਹਨਾਂ 'ਚ ਅੱਜ ਇੱਕ ਹੋਰ ਸਹੂਲੀਅਤ ਜੋੜੀ ਜਾ ਰਹੀ ਹੈ। ਬੁੰਦੇਲਖੰਡ ਦੇ ਨਾਲ ਪੂਰੇ ਯੂਪੀ ਤੇ ਦੂਜੇ ਰਾਜਾਂ ਦੇ ਸਾਡੇ ਅਨੇਕਾਂ ਸਾਥੀ ਕੰਮ ਕਰਨ ਲਈ ਪਿੰਡਾਂ ਤੋਂ ਸ਼ਹਿਰ ਜਾਂਦੇ ਹਨ, ਦੂਜੇ ਰਾਜਾਂ ਵਿੱਚ ਜਾਂਦੇ ਹਨ, ਪਰ ਉੱਥੇ ਉਹਨਾਂ ਸਾਹਮਣੇ ਪਤੇ ਦੇ ਸਬੂਤਾਂ ਦੀ ਸਮੱਸਿਆ ਆਉਂਦੀ ਹੈ। ਅਜਿਹੇ ਹੀ ਪਰਿਵਾਰਾਂ ਨੂੰ ਉਜਵਲਾ ਦੇ ਦੂਜੇ ਗੇੜ ਦੀ ਯੋਜਨਾ ਵੱਧ ਫਾਇਦਾ ਦੇਣ ਵਾਲੀ ਹੈ। ਹੁਣ ਮੇਰੇ ਮਜ਼ਦੂਰ ਸਾਥੀਆਂ ਨੂੰ ਐਡਰੈਸ ਦੇ ਸਬੂਤ ਦੇ ਲਈ ਇੱਧਰ ਉੱਧਰ ਭਟਕਣ ਦੀ ਜ਼ਰੂਰਤ ਨਹੀਂ। ਸਰਕਾਰ ਨੂੰ ਤੁਹਾਡੀ ਇਮਾਨਦਾਰੀ ਤੇ ਪੂਰਾ ਭਰੋਸਾ ਹੈ। ਤੁਹਾਨੂੰ ਤੁਹਾਡੇ ਪਤੇ ਦਾ ਸਿਰਫ ਇੱਕ ਸੈਲਫ ਡਿਕਲੇਰੇਸ਼ਨ ਯਾਨੀ ਖੁਦ ਲਿਖ ਕੇ ਦੇਣਾ ਹੈ ਤੇ ਤੁਹਾਨੂੰ ਗੈਸ ਕਨੈਕਸ਼ਨ ਮਿਲ ਜਾਏਗਾ। ਸਾਥੀਓ, ਸਰਕਾਰ ਦੀਆਂ ਕੋਸ਼ਿਸ਼ਾਂ ਹੁਣ ਇਸ ਦਿਸ਼ਾ ਵਿੱਚ ਵੀ ਹਨ ਕਿ ਤੁਹਾਡੀ ਰਸੋਈ ਵਿੱਚ ਪਾਣੀ ਵਾਂਗ ਗੈਸ ਵੀ ਪਾਈਪ ਨਾਲ ਆਵੇ। ਇਹ PNG ਸਿਲੰਡਰ ਦੇ ਮੁਕਾਬਲੇ ਬਹੁਤ ਸਸਤੀ ਵੀ ਹੁੰਦੀ ਹੈ। ਉੱਤਰ ਪ੍ਰਦੇਸ਼ ਦੇ ਨਾਲ ਪੂਰਬੀ ਭਾਰਤ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ PNG ਕਨੈਕਸ਼ਨ ਦੇਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪਹਿਲੇ ਗੇੜ ਵਿੱਚ ਯੂਪੀ ਦੇ 50 ਤੋਂ ਵੱਧ ਜ਼ਿਲ੍ਹਿਆਂ ਵਿੱਚ 21 ਲੱਖ ਘਰਾਂ ਨੂੰ ਇਸ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਤਰ੍ਹਾਂ CNG ਆਧਾਰਿਤ ਆਵਾਜਾਈ ਲਈ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਭਰਾਵੋ ਤੇ ਭੈਣੋ, ਜਦੋਂ ਸੁਪਨੇ ਵੱਡੇ ਹੁੰਦੇ ਹਨ, ਉਹਨਾਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵੀ ਓਨੀਆਂ ਹੀ ਵੱਡੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਵਿਸ਼ਵ ਬਾਇਓਫਿਊਲ ਦਿਵਸ ਤੇ
ਅਸੀਂ ਆਪਣੇ ਟੀਚਿਆਂ ਨੂੰ ਮੁੜ ਯਾਦ ਕਰਨਾ ਹੈ। ਹੁਣੇ ਅਸੀਂ ਛੋਟੀ ਜਿਹੀ ਫਿਲਮ ਵੀ ਵੇਖੀ, ਬਾਇਓਫਿਊਲ ਦੇ ਖੇਤਰ 'ਚ ਕੀ ਕੰਮ ਹੋ ਰਿਹਾ ਹੈ। ਬਾਇਓਫਿਊਲ ਸਿਰਫ ਸਵੱਛ ਬਾਲਣ ਹੀ ਨਹੀਂ, ਸਗੋਂ ਇਹ ਬਾਲਣ ਵਿੱਚ ਆਤਮ ਨਿਰਭਰਤਾ ਦੇ ਇੰਜਣ ਨੂੰ, ਦੇਸ਼ ਦੇ ਵਿਕਾਸ ਇੰਜਣ ਨੂੰ, ਪਿੰਡਾਂ ਦੇ ਵਿਕਾਸ ਇੰਜਣ ਨੂੰ ਗਤੀ ਦੇਣ ਦਾ ਵੀ ਇੱਕ ਸਰੋਤ ਹੈ। ਬਾਇਓਫਿਊਲ ਇੱਕ ਅਜਿਹੀ ਊਰਜਾ ਹੈ ਜੋ ਅਸੀਂ ਘਰ ਅਤੇ ਖੇਤ ਦੇ ਕੂੜੇ ਤੋਂ, ਬੂਟਿਆਂ ਤੋਂ, ਖਰਾਬ ਅਨਾਜ ਤੋਂ ਪ੍ਰਾਪਤ ਕਰ ਸਕਦੇ ਹਾਂ। ਅਜਿਹੇ ਹੀ ਇੱਕ ਬਾਇਓਫਿਊਲ ਐਥੇਨੋਲ ਤੇ ਦੇਸ਼ ਬਹੁਤ ਵੱਡੇ ਟੀਚਿਆਂ ਨਾਲ ਕੰਮ ਕਰ ਰਿਹਾ ਹੈ। ਬੀਤੇ 6-7 ਸਾਲਾਂ ਵਿੱਚ ਅਸੀਂ ਪੈਟਰੋਲ ਵਿੱਚ 10% ਬਲੈਂਡਿੰਗ ਦੇ ਟੀਚੇ ਦੇ ਕਾਫੀ ਨੇੜੇ ਪਹੁੰਚ ਚੁੱਕੇ ਹਾਂ। ਆਉਣ ਵਾਲੇ 4-5 ਸਾਲਾਂ ਵਿੱਚ ਅਸੀਂ 20% ਬਲੈਂਡਿੰਗ ਦੇ ਟੀਚੇ ਨੂੰ ਹਾਸਲ ਕਰਨ ਦੇ ਨਿਸ਼ਾਨੇ ਵੱਲ ਵਧ ਰਹੇ ਹਾਂ। ਨਿਸ਼ਾਨਾ ਦੇਸ਼ ਵਿੱਚ ਅਜਿਹੀਆਂ ਗੱਡੀਆਂ ਦੇ ਨਿਰਮਾਣ ਦਾ ਵੀ ਹੈ ਜੋ 100% ਏਥੇਨੋਲ ਤੋਂ ਹੀ ਚੱਲਣਗੀਆਂ। ਸਾਥੀਓ, ਏਥੇਨੋਲ ਤੋਂ ਆਉਣ ਜਾਣ ਦਾ ਸਸਤਾ ਵੀ ਹੋਊਗਾ, ਵਾਤਾਵਰਣ ਵੀ ਸੁਰੱਖਿਅਤ ਰਹੇਗਾ, ਪਰ ਸਭ ਤੋਂ ਵੱਡਾ ਫਾਇਦਾ ਸਾਡੇ ਕਿਸਾਨਾਂ ਨੂੰ ਹੋਏਗਾ, ਸਾਡੇ ਨੌਜਵਾਨਾਂ ਨੂੰ ਹੋਏਗਾ। ਇਸ ਵਿੱਚ ਵੀ ਖਾਸ ਤੌਰ ਤੇ ਯੂਪੀ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਗੰਨੇ ਨਾਲ ਜਦੋਂ ਇਥੇਨੋਲ ਬਣਾਉਣ ਦਾ ਬਦਲ ਮਿਲੇਗਾ ਤਾਂ ਗੰਨਾ ਕਿਸਾਨਾਂ ਨੂੰ ਪੈਸਾ ਵੀ ਵੱਧ ਮਿਲੇਗਾ ਤੇ ਸਮੇਂ ਤੇ ਮਿਲੇਗਾ। ਪਿਛਲੇ ਸਾਲ ਹੀ ਯੂਪੀ ਵਿੱਚ ਏਥੇਨੋਲ ਉਤਪਾਦਕਾਂ ਨਾਲ 7,000 ਕਰੋੜ ਰੁਪਏ ਦਾ ਏਥੇਨੋਲ ਖਰੀਦਿਆ ਗਿਆ ਹੈ। ਬੀਤੇ ਸਾਲਾਂ ਵਿੱਚ ਏਥੇਨੋਲ ਨਾਲ ਜੁੜੀਆਂ, ਬਾਇਓਫਿਊਲ ਨਾਲ ਜੁੜੀਆਂ ਅਨੇਕਾਂ ਇਕਾਈਆਂ ਯੂਪੀ ਵਿੱਚ ਬਣਾਈਆਂ ਗਈਆਂ ਨੇ। ਗੰਨੇ ਦੀ ਰਹਿੰਦ ਖੂੰਹਦ ਤੋਂ ਕੰਪਰੈਸਡ ਬਾਇਓਗੈਸ ਬਣਾਉਣ ਲਈ ਯੂਪੀ ਦੇ 70 ਜ਼ਿਲ੍ਹਿਆਂ ਵਿੱਚ CBG ਪਲਾਂਟ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਤੱਕ ਖੇਤੀ ਰਹਿੰਦ ਖੂੰਹਦ ਪਰਾਲੀ ਤੋਂ ਬਾਇਓਫਿਊਲ ਬਣਾਉਣ ਲਈ 3 ਵੱਡੇ ਕੰਪਲੈਕਸ ਬਣਾਏ ਜਾ ਰਹੇ ਨੇ। ਇਹਨਾਂ ਵਿੱਚੋਂ 2 ਯੂਪੀ ਦੇ ਬਦਾਯੂੰ ਅਤੇ ਗੋਰਖਪੁਰ ਵਿੱਚ ਅਤੇ ਪੰਜਾਬ ਦੇ ਬਠਿੰਡਾ ਵਿੱਚ ਬਣਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤੋਂ ਕਿਸਾਨਾਂ ਨੂੰ ਕੂੜੇ ਦਾ ਵੀ ਮੁੱਲ ਮਿਲੇਗਾ, ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਵਾਤਾਵਰਣ ਦੀ ਵੀ ਰਾਖੀ ਹੋਵੇਗੀ। ਸਾਥੀਓ, ਇਸੇ ਤਰ੍ਹਾਂ ਇੱਕ ਦੂਜੀ ਮਹੱਤਵਪੂਰਨ ਯੋਜਨਾ ਹੈ ਗੋਵਰਧਨ ਯੋਜਨਾ। ਇਹ ਯੋਜਨਾ ਗੋਬਰ ਤੋਂ ਬਾਇਓਗੈਸ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ। ਇਸ ਨਾਲ ਪਿੰਡਾਂ ਵਿੱਚ ਸਿਹਤ ਵੀ ਸੁਧਰੇਗੀ ਅਤੇ ਅਜਿਹੇ ਪਸ਼ੂ ਜੋ ਦੁੱਧ ਨਹੀਂ ਦਿੰਦੇ ਉਹ ਵੀ ਕਮਾਈ ਕਰਕੇ ਦੇਣਗੇ। ਯੋਗੀ ਜੀ ਦੀ ਸਰਕਾਰ ਨੇ ਅਨੇਕ ਗਊਸ਼ਾਲਾਵਾਂ ਦਾ ਵੀ ਨਿਰਮਾਣ ਕੀਤਾ ਹੈ। ਇਹ ਗਊਆਂ ਅਤੇ ਬਾਕੀ ਗੋਵੰਸ਼ ਦੀ ਦੇਖਭਾਲ ਅਤੇ ਕਿਸਾਨਾਂ ਦੀ ਫਸਲ ਦੀ ਸੁਰੱਖਿਆ ਲਈ ਅਹਿਮ ਕੋਸ਼ਿਸ਼ ਹੈ। ਸਾਥੀਓ, ਹੁਣ ਦੇਸ਼ ਮੁੱਢਲੀਆਂ ਸੁਵਿਧਾਵਾਂ ਦੀ ਪੂਰਤੀ 'ਚ ਬਿਹਤਰ ਜੀਵਨ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਅੱਗੇ ਵਧ ਰਿਹਾ ਹੈ। ਆਉਣ ਵਾਲੇ 25 ਸਾਲਾਂ ਵਿੱਚ ਇਸ ਸਮਰੱਥਾ ਨੂੰ ਅਸੀਂ ਕਈ ਗੁਣਾ ਵਧਾਉਣਾ ਹੈ। ਸਮਰੱਥ ਅਤੇ ਯੋਗ ਭਾਰਤ ਦੇ ਇਸ ਸੰਕਲਪ ਨੂੰ ਅਸੀਂ ਮਿਲ ਕੇ ਸਿੱਧ ਕਰਨਾ ਹੈ। ਇਸ ਵਿੱਚ ਭੈਣਾਂ ਦੀ ਖਾਸ ਭੂਮਿਕਾ ਹੋਣ ਵਾਲੀ ਹੈ। ਮੈਂ ਉਜਵਲਾ ਦੀਆਂ ਸਾਰੀਆਂ ਲਾਭਪਾਤਰੀ ਭੈਣਾਂ ਨੂੰ ਫੇਰ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਤੋਂ ਪਹਿਲਾਂ ਮਾਤਾਵਾਂ ਭੈਣਾਂ ਦੀ ਸੇਵਾ ਕਰਨ ਦਾ ਇਹ ਮੌਕਾ ਮਿਲਿਆ। ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ। ਤੁਹਾਡਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ ਤਾਂ ਜੋ ਅਸੀਂ ਇੱਕ ਨਵੀਂ ਊਰਜਾ ਦੇ ਨਾਲ ਮਾਂ ਭਾਰਤੀ ਦੀ ਸੇਵਾ ਲਈ
130 ਕਰੋੜ ਭਾਰਤ ਵਾਸੀਆਂ ਦੀ ਸੇਵਾ ਲਈ ਪਿੰਡਾਂ, ਕਿਸਾਨਾਂ, ਗਰੀਬ, ਦਲਿਤ, ਪੀੜਤ, ਪਿਛੜੇ ਸਭ ਦੀ ਸੇਵਾ ਲਈ ਜੀ ਜਾਨ ਨਾਲ ਜੁਟੇ ਰਹੀਏ। ਇਸੇ ਕਾਮਨਾ ਨਾਲ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਨੂੰ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ ਆਪ ਜੀ ਦਾ ਤੇ ਆਪ ਦੇ ਸ਼ੁਭ ਬਚਨਾਂ ਲਈ ਤੇ ਉਜਵਲਾ ਯੋਜਨਾ ਦੇ ਦੂਜੇ ਚਰਨ ਦਾ ਸ਼ੁਭ ਆਰੰਭ ਕਰਨ ਲਈ ਤੁਹਾਨੂੰ ਸਾਡੇ ਸਾਰਿਆਂ ਵੱਲੋਂ ਪ੍ਰਣਾਮ ਤੇ ਧੰਨਵਾਦ।